ਜੇ ਕੋਈ ਵੀ ਜਾ ਰਿਹਾ ਨਾ ਤੁਸੀਂ ਉਹਨੂੰ ਕਹੋਗੇ 1 ਮਿੰਟ ਭਾਈ ਸਾਹਿਬ ਪਹਿਲਾਂ ਤੁਸੀਂ ਮਿਲੇ ਤਾਂ ਨਹੀਂ ਮੈਨੂੰ ਕਦੇ, ਉਹ ਕਹਿੰਦੇ ਨਹੀਂ ਪਹਿਲੀ ਵਾਰੀ ਮਿਲ ਰਹੇ ਅੱਛਾ ਮੈਂ ਤੇਰੇ ਭੈਣ ਭਰਾਵਾਂ ਦੀ ਗਿਣਤੀ ਦੱਸਾਂ। ਅਸੀਂ 2 ਅੰਕ ਇੱਥੇ ਲਿਖਿਆ, 2 ਅੰਕ ਨੂੰ ਮੈਂ ਬੱਚਿਆਂ ਨੂੰ ਦੱਸਣ ਦੇ ਲਈ ਇੰਟਰਸਟ ਕ੍ਰੀਏਟ ਕਰਨ ਲਈ ਕਹਿੰਦਾ, ਇੱਕ ਮੰਮੀ ਦਾ ਇੱਕ ਪਾਪਾ ਦਾ, ਤਾਂ 2 ਜਣੇ ਹੋ ਗਏ ਉਹ ਹੈ ਨਾ, ਕਿਉਂਕਿ ਭੈਣ ਭਰਾਵਾਂ ਦੀ ਗਿਣਤੀ ਦੱਸਣੀ ਹੈ। ਹੁਣ ਇਸ ਦੇ ਵਿੱਚ ਅਸੀਂ ਭਰਾਵਾਂ ਦੀ ਗਿਣਤੀ ਨੂੰ ਐਡ ਕਰਨਾ ਹੈ, ਨੰਬਰ ਆਫ ਬ੍ਰਦਰਸ। ਤਾਂ ਤੁਹਾਡੇ ਜਿੰਨੇ ਭਰਾ ਹੈ ਨਾ ਜੀ ਉਹਨਾਂ ਨੂੰ ਜੋੜ ਲਓ, ਠੀਕ ਹੈ ਜੀ। ਹੁਣ ਜਿੰਨਾ ਆ ਗਿਆ ਤੁਹਾਡੇ ਕੋਲ ਉਸ ਨੂੰ 2 ਨਾਲ ਗੁਣਾ ਕਰ ਲਓ, ਕਰ ਲਿਆ ਜੀ। ਹੁਣ ਜਿੰਨਾ ਆ ਗਿਆ ਉਸ ਦੇ ਵਿੱਚ 1 ਜੋੜ ਦਿਓ। ਹੁਣ ਜਿੰਨਾ ਆ ਗਿਆ ਉਸ ਨੂੰ ਤੁਸੀਂ 5 ਦੇ ਨਾਲ ਗੁਣਾ ਕਰ ਦਿਓ ਜੀ। ਹੁਣ ਜਿੰਨਾ ਆ ਗਿਆ 5 ਨਾਲ ਗੁਣਾ ਕਰਨ ਤੋਂ ਬਾਅਦ ਉਹਦੇ ਵਿੱਚ ਜਿੰਨੀਆਂ ਤੁਹਾਡੀਆਂ ਸਿਸਟਰਸ ਹੈਗੀਆਂ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਐਡ ਕਰ ਲਓ। ਮੇਰੇ ਖਿਆਲ ਤੇ ਕਰ ਲਈ ਹੋਏਗੀ ਤੁਸੀਂ। ਤਾਂ ਇਹ ਜਿਹੜਾ ਹੈਗਾ ਤੁਸੀਂ ਇਸ 'ਚ ਨੰਬਰ ਆਫ ਸਿਸਟਰਸ ਐਡ ਕਰਕੇ ਜਿੰਨਾ ਆ ਗਿਆ ਨਾ ਜੀ ਤੁਹਾਡੇ ਕੋਲ ਉਸ ਦੇ ਵਿੱਚੋਂ 25 ਘਟਾ ਦਿਓ ਜੀ, ਠੀਕ ਹੈ। 25 ਕਰ ਦਿਓ ਜੀ। ਤਾਂ ਹੁਣ ਜਿਹੜੇ ਡਿਜਿਟ 2 ਆਏ ਹੈ, ਭਾਵੇਂ ਮੈਨੂੰ ਨਾਂ ਵੀ ਦੱਸੋ ਤੁਸੀਂ, ਪਰ ਤੁਸੀਂ ਚੈੱਕ ਕਰ ਲਓ ਵੀ ਜਿਹੜਾ ਪਹਿਲਾ ਡਿਜਿਟ ਹੈ ਉਹ ਤੁਹਾਡੇ ਭਰਾਵਾਂ ਦੀ ਗਿਣਤੀ ਹੈ ਤੇ ਦੂਜਾ ਡਿਜਿਟ ਤੁਹਾਡੇ ਸਿਸਟਰਸ ਦੀ ਗਿਣਤੀ ਹੈ। ਤਾਂ ਹੁਣ ਤੁਸੀਂ ਦੱਸ ਦਿਓ ਵੀ ਕਿੰਨਾ ਆਇਆ ਸੀ ਘਟਾ ਕੇ 25। ਤਾਂ ਕੈਮਰਾਮੈਨ ਨੂੰ ਪੁੱਛਦੇ ਕਿੰਨਾ ਆਇਆ ਸੀਗਾ। 2 ਤੇ 1 ਤੇ 2 ਤੇ 1 ਦੱਸ ਰਹੇ ਨੇ ਉਹ। 2 ਤੇ 1 ਤਾਂ ਇਹਦਾ ਮਤਲਬ ਇਹ 2 ਭਰਾ ਹੈ ਤੇ 1 ਇਹਨਾਂ ਦੀ ਭੈਣ ਹੈ। ਕੀ ਬਾਤ ਹੈ ਕੈਮਰਾਮੈਨ ਜੀ, ਸਹੀ ਹੈ, ਕੀ ਬਾਤ ਹੈ ਜੀ। 300 ਤੇ 21 ਨੂੰ ਅਸੀਂ ਗੁਣਾ ਕਰਨੀ ਚਾਹੁੰਦੇ ਆ 456 ਦੇ ਨਾਲ ਜਾਂ 4561 ਨਾਲ ਕਰਨਾ ਚਾਹੁੰਦੇ ਆ, ਤਾਂ ਬੱਚਾ ਸਮਝਦਾ ਹੈ ਕਿ ਇਹ ਗੁਣਾ ਇਹ ਕਿਵੇਂ ਹੋਊਗੀ ਜੀ। 4561 ਨੂੰ ਇੱਥੇ ਰੱਖਿਆ, 321 ਨੂੰ ਇੱਥੇ ਰੱਖਿਆ ਹੈ ਨਾ, ਫਿਰ ਉਹ ਕਰਦਾ ਹੈ 1 6 5 4, ਫਿਰ ਗੁਣਾ ਕਰਦਾ ਹੈ 2 6 12 2 5 10, ਇਸ ਤਰ੍ਹਾਂ ਮਤਲਬ ਕਰਦੇ ਕਰਦੇ ਉਹ ਟੋਟਲ ਕਰਕੇ ਤੇ ਇਹਦਾ ਆਨਸਰ ਕੱਢ ਲੈਂਦਾ। ਹਰ ਇੱਕ ਜਗ੍ਹਾ ਤੇ ਨਵੀਆਂ ਚੀਜ਼ਾਂ ਹੋਣ ਤਾਂ ਅਸੀਂ ਇਸ ਨੂੰ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ। ਇਹ 3 ਨੂੰ ਇਸ ਦੇ ਨਾਲ ਪਕੜਦੇ ਹਾਂ, 3 ਚੌਕੇ 12, 3 ਨੂੰ ਇਸ ਦੇ ਨਾਲ ਗੁਣਾ ਕਰਦੇ ਹਾਂ, 3 5 15, 3 ਨੂੰ 6 ਦੇ ਨਾਲ ਕਰਦੇ ਹਾਂ ਤੇ 3 6 18 ਬਣ ਜਾਂਦਾ। 3 ਨੂੰ 1 ਦੇ ਨਾਲ ਜਦੋਂ ਅਸੀਂ ਕਰਦੇ ਹਾਂ ਤਾਂ 3 ਏਕਮ 3 ਬਣ ਜਾਂਦਾ। ਹੁਣ 2 ਨੂੰ 4 ਨਾਲ ਕਰਦੇ ਹਾਂ, 2 ਚੌਕੇ 8, 2 ਨੂੰ 5 ਨਾਲ ਕਰਦੇ ਹਾਂ, 2 5 10, 2 ਨੂੰ ਫਿਰ ਅਸੀਂ 6 ਨਾਲ ਕਰਦੇ ਹਾਂ ਤਾਂ 12 ਬਣ ਜਾਂਦਾ। 2 ਨੂੰ 1 ਨਾਲ ਕਰਦੇ ਹਾਂ ਤਾਂ 2 ਬਣ ਜਾਂਦਾ। ਹੁਣ ਰਹਿ ਗਿਆ ਸਾਡੇ ਕੋਲ 1 ਨੂੰ 4 ਨਾਲ ਕੀਤਾ 4, 1 ਨੂੰ 5 ਨਾਲ ਕੀਤਾ 5, 1 ਨੂੰ 6 ਨਾਲ ਕੀਤਾ 6, 1 ਨੂੰ 1 ਨਾਲ ਕੀਤਾ 1। ਹੁਣ ਇਸ ਤੋਂ ਬਾਅਦ ਸਾਡਾ ਸਟੈਪ ਆ ਜਾਂਦਾ ਹੈ ਕਿ ਇਸ ਨੂੰ ਅਸੀਂ ਡਾਇਗਨਲ ਕਰਦੇ ਹਾਂ। ਇਸ ਨੂੰ ਕਹਿੰਦੇ ਆ ਡਾਇਗਨਲੀ ਮਲਟੀਪਲਾਈ ਕਰਨਾ। ਠੀਕ ਹੈ। ਹੁਣ ਸਾਡੇ ਕੋਲ ਆਨਸਰ ਤਿਆਰ ਹੈ, ਪਰ ਬੱਚਿਆਂ ਨੂੰ ਜਦੋਂ ਅਸੀਂ ਸਿਖਾਵਾਂਗੇ ਨਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਆਨਸਰ ਕਿਵੇਂ ਆਇਆ। ਤਾਂ ਆਨਸਰ ਲਿਖਣ ਦੇ ਲਈ ਵਿਦਿਆਰਥੀਆਂ ਨੂੰ ਇਹ ਗਾਈਡ ਕੀਤਾ ਜਾਂਦਾ, ਦੱਸਿਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਦੇਖੋ ਇੱਥੇ ਕਿੰਨਾ ਆ ਗਿਆ ਸਾਡੇ ਕੋਲ 12। ਹੁਣ 15 ਤੇ 8 23, 23 ਨੂੰ ਇੱਥੇ ਲਿਖਣਾ ਅਸੀਂ। ਹੁਣ 10 4 14 ਤੇ 18 32, ਤਾਂ 32 ਨੂੰ ਅਸੀਂ ਇੱਥੇ ਲਿਖਾਂਗੇ। 12 5 17 3 20, 20 ਨੂੰ ਅਸੀਂ ਇੱਥੇ ਲਿਖਾਂਗੇ। ਹੁਣ 6 ਤੇ 2 8, 8 ਨੂੰ ਹਮੇਸ਼ਾ 0 8, 1 ਤੋਂ ਲੈ ਕੇ 9 ਤੱਕ ਹੈ ਜਿਹੜੇ ਉਹਨਾਂ ਦੇ ਅੱਗੇ 0 ਲਗਾਣੀ ਹੈ। 1 ਦਾ ਮਤਲਬ 0 1। ਹੁਣ ਇਸ ਨੂੰ ਅਸੀਂ ਐਡ ਕਰ ਦਾਂਗੇ 1 8 0 4 6 4 1। ਲੋ ਜੀ ਇਹ ਏਡੀ ਵੱਡੀ ਗੁਣਾ ਜਿਹੜੀ ਇਹ ਤੁਹਾਡੇ ਕੋਲ ਜਵਾਬ ਆ ਚੁੱਕਿਆ। 321 ਨੂੰ 4561 ਨਾਲ ਅਸੀਂ ਗੁਣਾ ਕਰਤੀ ਹੈ। ਅੱਖ ਕਿਸ ਕੰਮ ਆਉਂਦੀ ਹੈ, ਕੀ ਕਰਦੀ ਹੈ ਨਾ, ਤਾਂ ਉੱਥੇ ਇੱਕ ਅਸੀਂ ਅੰਨਾ ਬਿੰਦੂ ਪੜ੍ਹਾਉਂਦੇ ਹਾਂ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਲਾਈਂਡ ਸਪੌਟ ਕਿਹਾ ਜਾਂਦਾ। ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਪ੍ਰਯੋਗ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਉਹ ਅੰਨਾ ਬਿੰਦੂ ਤੁਸੀਂ ਆਪਣੀ ਅੱਖ ਦਾ ਚੈੱਕ ਕਰ ਸਕਦੇ ਹੋ ਵੀ ਮੇਰੀ ਆਪਣੀ ਅੱਖ ਦੇ ਵਿੱਚ ਅੰਨਾ ਬਿੰਦੂ ਹੈ ਤੇ ਕਿੱਥੇ ਹੈ, ਉਸ ਨੂੰ ਲੋਕੇਸ਼ਨ ਕਿਵੇਂ ਪਤਾ ਲੱਗਦੀ ਹੈ, ਲੋਕੇਟ ਕਿਵੇਂ ਕੀਤਾ ਜਾ ਸਕਦਾ ਕਿ ਇੰਨੀ ਦੂਰੀ ਤੇ ਅਸੀਂ ਜੇ 2 ਬਿੰਦੂ ਲਗਾ ਲੈਂਦੇ ਹਾਂ ਤਾਂ ਇਹਨਾਂ ਬਿੰਦੂਆਂ ਨੂੰ ਕਰਨ ਦੇ ਲਈ ਅਸੀਂ ਕੀ ਕਰਨਾ ਕਿ ਇਸ ਤਰ੍ਹਾਂ ਅੰਗੂਠੇ ਦੇ ਨਾਲ ਇਸ ਨੂੰ ਪਕੜ ਲੈਣਾ। ਇੱਕ ਅੱਖ ਨੂੰ ਅਸੀਂ ਬੰਦ ਕਰ ਲੈਣਾ। ਹੁਣ ਤੁਸੀਂ ਦੇਖਣਾ ਕਿ ਇਸ ਨੂੰ ਇਹ ਹੱਥ ਦੀ ਜਿੰਨੀ ਲੰਬਾਈ ਹੈ ਉੱਥੇ ਤੱਕ ਸਟ੍ਰੈਚ ਕਰਕੇ ਅਸੀਂ ਦੇਖ ਰਹੇ ਹਾਂ ਤੇ ਜਦੋਂ ਹੀ ਇਸ ਨੂੰ ਨੇੜੇ ਲਿਆਣਾ ਆਪਣੀ ਅੱਖ ਦੇ, ਇੱਕ ਅੱਖ ਬੰਦ ਹੈ ਸਾਡੀ, ਇੱਕ ਅੱਖ ਇਹ ਦੋਨੋਂ ਬਿੰਦੂਆਂ ਨੂੰ ਦੇਖ ਰਹੀ ਹੈ। ਤਾਂ ਜਦੋਂ ਦੇਖਦੇ ਆਹਿਸਤਾ ਆਹਿਸਤਾ ਮੈਂ ਇਸ ਨੂੰ ਆਪਣੀ ਅੱਖ ਦੇ ਨੇੜੇ ਲੈ ਕੇ ਆ ਰਿਹਾ ਤੇ ਜਿਵੇਂ ਜਿਵੇਂ ਮੇਰੀ ਅੱਖ ਦੇ ਨੇੜੇ ਆ ਰਿਹਾ ਤਾਂ ਇੱਕ ਪੁਆਇੰਟ ਇਹ ਜਿਹਾ ਆ ਚੁੱਕਿਆ ਹੁਣ ਜਿੱਥੇ ਮੈਨੂੰ ਜਿਹੜਾ ਉਹ ਕਾਗਜ਼ ਦਾ ਟੁਕੜਾ ਤਾਂ ਪੂਰਾ ਨਜ਼ਰ ਆ ਰਿਹਾ ਪਰ ਬਿੰਦੂ ਇੱਕ ਗਾਇਬ ਹੋ ਚੁੱਕਿਆ ਉਸ ਤੋਂ। ਇਸ ਤਰ੍ਹਾਂ ਇਹ ਆਪਟਿਕ ਨਰਵ ਜਾ ਰਹੀ ਹੈ ਤਾਂ ਇਸ ਪੁਆਇੰਟ ਦੇ ਉੱਤੇ ਜਿਵੇਂ ਇਹ ਇਮੇਜ ਆ ਰਿਹਾ ਸੀ ਸਾਡੇ ਕੋਲ, ਜੇ ਇਮੇਜ ਇੱਥੇ ਆ ਰਿਹਾ ਸੀ, ਇੱਥੇ ਆਂਦਾ ਉਹ ਇਮੇਜ ਇੱਥੇ ਵੀ ਆ ਸਕਦਾ ਸੀ, ਇੱਥੇ ਵੀ ਹੁਣ ਉਹ ਇਸ ਜਗ੍ਹਾ ਤੇ ਆ ਗਿਆ ਹੋਇਆ ਜਿਸ ਨੂੰ ਅਸੀਂ ਕਿ ਬਲਾਈਂਡ ਸਪੌਟ ਦਾ ਨਾਮ ਦਿੱਤਾ ਹੋਇਆ। ਤੁਸੀਂ ਇੱਥੇ ਖੜੇ ਹੋ, ਤੁਹਾਨੂੰ ਪਰਲੇ ਪਾਸੇ ਨਹੀਂ ਦਿਸ ਰਿਹਾ ਵੀ ਕੀ ਹੋ ਰਿਹਾ, ਲੇਕਿਨ ਤੁਸੀਂ ਇਸ ਨੂੰ ਇੱਥੇ ਲਗਾ ਕੇ ਤੇ ਤੁਸੀਂ ਪਰਲੇ ਪਾਸੇ ਦਾ ਸੀਨ ਹੈ ਜਿਹੜਾ ਦੇਖ ਸਕਦੇ ਹੋ ਵੀ ਪਿੱਛੇ ਕੀ ਹੋ ਰਿਹਾ। ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ।
ਬਿਲਕੁਲ ਬਿਲਕੁਲ ਤਾਂ ਹੁਣ ਤੁਹਾਡੇ ਕੱਦ ਦੇ ਮੁਤਾਬਕ ਤਾਂ ਇਹ ਹੈ ਵੀ ਇੱਥੇ ਦੀਵਾਰ ਹੈ, ਤੁਸੀਂ ਨਹੀਂ ਪਰ ਤੁਸੀਂ ਹੁਣ ਦੀਵਾਰ ਤੋਂ ਪਰਾਂ ਵੀ ਦੇਖ ਸਕਦੇ ਹੋ। ਤੋ ਇਹ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਇਸੇ ਯੰਤਰ ਜਿਹੜੇ ਸਾਡੇ ਸਬਮੈਰੀਨਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਪਣਡੁੱਬੀ, ਪਾਣੀ ਦੇ ਵਿੱਚ ਡੁੱਬੀ ਵੀ ਹੁੰਦੀ ਹੈ, ਤਾਂ ਉੱਥੇ ਸਾਡੇ ਜਿਹੜੇ ਮਿਲਟਰੀ ਮੈਨ ਹੈ ਉਹ ਜਦੋਂ ਉੱਪਰ ਇਸ ਦੇ ਰਾਹੀਂ ਦੇਖਦੇ ਆ ਵੀ ਕੋਈ ਸਾਹਮਣੇ ਹੋਰ ਕੋਈ ਦੁਸ਼ਮਣ ਦਾ ਸ਼ਿਪ ਤਾਂ ਨਹੀਂ ਆ ਰਿਹਾ ਜਾਂ ਕੋਈ ਹੋਰ ਅਟੈਕ ਤਾਂ ਨਹੀਂ ਕਰਨ ਵਾਲਾ, ਤੇ ਉੱਥੇ ਯੂਜ਼। ਇੱਕ ਅਸੀਂ ਕੱਚ ਦਾ ਇਹ ਟੁਕੜਾ ਲਿਆ, ਤਾਂ ਹੁਣ ਇਸ ਦੇ ਉੱਤੇ ਇੱਕ ਅਸੀਂ ਪਾਣੀ ਦੀ ਜਿਹੜੀ ਬੂੰਦ ਹੈ ਉਹ ਤੁਹਾਨੂੰ ਪਾ ਕੇ ਦਿਖਾਵਾਂਗੇ ਕਿ ਇਸ ਦੇ ਉੱਤੇ ਅਸੀਂ ਇੱਕ ਪਾਣੀ ਦੀ ਬੂੰਦ ਪਾਈ ਹੈ। ਠੀਕ ਹੈ ਬਸ, ਤਾਂ ਹੁਣ ਤੁਹਾਨੂੰ ਮੈਂ ਇਸ ਦੇ ਨਾਲ ਦਿਖਾਊਂਗਾ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਬਰੀਕ ਤੋਂ ਬਰੀਕ ਅੱਖਰਾਂ ਨੂੰ ਵੱਡਾ ਕਰਕੇ ਦਿਖਾਇਆ ਜਾਊਗਾ। ਹੁਣ ਜਿਹੜਾ ਸਾਡਾ ਪੈਰੀਸਕੋਪ ਮਾਈਕਰੋਸਕੋਪ ਕੰਮ ਕਰਦਾ ਹੈ, ਉਹ ਕਿਸ ਤੇ ਕੰਮ ਕਰਦਾ ਹੈ? ਹੁਣ ਤੁਸੀਂ ਦੇਖੋਗੇ ਇਸ ਦੇ ਵਿੱਚ ਕਿ ਇਸ ਦੇ ਵਿੱਚ ਜਿਹੜੇ ਹੈ ਇਹ ਆਮ ਹੀ ਅੱਖਰ ਨਜ਼ਰ ਆ ਰਹੇ ਹਨ, ਪਰ ਇਸ ਨੂੰ ਜਦੋਂ ਅਸੀਂ ਪਾਣੀ ਦੇ ਹੇਠਾਂ ਦੇਖਦੇ ਹਾਂ ਤਾਂ ਉਹ ਵੱਡੇ ਹੋ ਜਾਂਦੇ। ਤੁਸੀਂ ਦੇਖੋ ਇੱਕ ਵਾਰੀ, ਪਾਣੀ ਦੀ ਬੂੰਦ ਪਾਉਣ ਤੋਂ ਬਾਅਦ ਉਹ ਕੋਈ ਵੀ ਛੋਟੇ ਅੱਖਰ ਜਾਂ ਅਖਬਾਰ ਦਾ ਟੁਕੜਾ ਲੈ ਲੈਣ, ਉਸ ਨੂੰ ਉਸ ਦੇ ਉੱਪਰ ਰੱਖਣ ਤੇ ਇਸ ਦੇ ਨੀਚੇ ਪੜ੍ਹ ਕੇ ਦੇਖਣ ਦੀ ਕੋਸ਼ਿਸ਼ ਕਰਨ, ਤਾਂ ਉਹਨਾਂ ਨੂੰ ਜਿਹੜੇ ਨਿਚਲੇ ਅੱਖਰ ਜਿਹੜੇ ਛੋਟੇ ਹੈ ਆਮ ਛੋਟੇ ਨਜ਼ਰ ਆਣਗੇ, ਪਰ ਪਾਣੀ ਦੇ ਵਿੱਚੋਂ ਜਦੋਂ ਦੇਖਣਗੇ ਤਾਂ ਵੱਡੇ ਨਜ਼ਰ ਆਣ। ਤਾਂ ਇਹਨੂੰ ਕਹਿੰਦੇ ਆ ਵਾਟਰ ਡ੍ਰੌਪ ਮਾਈਕਰੋਸਕੋਪ। ਇਹ ਇੱਕ ਪਾਸੇ ਤੋਤਾ ਹੈ, ਇੱਕ ਪਾਸੇ ਪਿੰਜਰਾ ਹੈ, ਪਰ ਇਹ ਪਿੰਜਰੇ ਤੋਂ ਬਾਹਰ ਹੈ ਤੋਤਾ। ਪਰ ਹੁਣ ਸਾਡੀ ਅੱਖ ਭੁਲੇਖਾ ਖਾ ਜਾਂਦੀ ਹੈ। ਕਿਵੇਂ ਭੁਲੇਖਾ ਖਾਂਦੀ ਹੈ? ਇਸ ਤੇ ਆਧਾਰਿਤ ਹੈ ਸਾਡੇ ਸਿਨੇਮਿਆਂ ਦੇ ਵਿੱਚ ਪਿਕਚਰਾਂ ਕਿਵੇਂ ਚੱਲਦੀਆਂ, ਪ੍ਰੋਜੈਕਟਰ ਕਿਵੇਂ ਕੰਮ ਕਰਦੇ ਆ, ਉਹ ਮੂਵਮੈਂਟ ਕਿਵੇਂ। ਹਰ ਥੀਏਟਰ ਦੇ ਵਿੱਚ ਜਾ ਕੇ ਤਾਂ ਨਹੀਂ ਨਾ ਉਹ ਬੈਠੇ ਹੁੰਦੇ ਸਾਡੇ ਕੋਲ ਜਿਹੜੇ ਹੀਰੋ ਹੈ, ਐਕਟਰਸ ਹੈ ਜਾਂ ਐਕਟਰਸਿਸ ਹੈ। ਤਾਂ ਹੁਣ ਉੱਥੇ ਕੀ ਹੈ ਕਿ ਇਹ ਇੱਕ ਪਿੰਜਰਾ ਹੈ, ਇਹ ਇੱਕ ਤੋਤਾ ਹੈ, ਤੋਤਾ ਬਾਹਰ ਹੈ ਪਿੰਜਰੇ ਤੋਂ। ਹੁਣ ਇਸ ਤੋਤੇ ਨੂੰ ਪਿੰਜਰੇ ਦੇ ਵਿੱਚ ਲਿਆਉਣਾ ਅਸੀਂ, ਤਾਂ ਅਸੀਂ ਇਸ ਨੂੰ ਮੂਵਮੈਂਟ ਦਿੰਦੇ ਹਾਂ। ਤਾਂ ਜਦੋਂ ਇਸ ਦੀ ਮੂਵਮੈਂਟ ਆਉਂਦੀ ਹੈ ਤਾਂ ਸਾਨੂੰ ਇਹ ਲੱਗਦਾ ਵੀ ਤੋਤਾ ਪਿੰਜਰੇ 'ਚ ਆ ਗਿਆ, ਪਰ ਐਕਚੁਅਲ ਦੇ ਵਿੱਚ ਤੋਤਾ ਪਿੰਜਰਾ, ਤੋਤਾ ਕੈਮਰੇ 'ਚ ਵੀ ਜ਼ਰੂਰ ਕਵਰ ਕਰੋ, ਇਹਨੂੰ ਚਲਾਇਓ ਸਰ। ਤੋਤਾ ਪਿੰਜਰਾ। ਤਾਂ ਹੁਣ ਇਹ ਜਦੋਂ ਇਸ ਦੀ ਮੂਵਮੈਂਟ ਜੇ ਸਲੋ ਕਰੋਗੇ ਤਾਂ ਤੁਹਾਨੂੰ ਨਹੀਂ ਪਤਾ ਲੱਗੇ, ਪਰ ਜਦੋਂ ਇਸ ਦੀ ਫਾਸਟ ਮੂਵਮੈਂਟ ਹੁੰਦੀ ਹੈ ਤਾਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਜਿਹੜਾ ਤੋਤਾ ਹੈ ਉਹ ਪਿੰਜਰੇ ਦੇ ਵਿੱਚ ਆ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼। ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ, ਅੱਜ ਪਹੁੰਚੇ ਹਾਂ ਕਲਿਆਣ ਪਿੰਡ ਵਿੱਚ, ਪਟਿਆਲਾ ਸ਼ਹਿਰ ਪੈਂਦਾ ਹੈ, ਤੇ ਅੱਜ ਮੈਂ ਤੁਹਾਨੂੰ ਇੱਕ ਮਾਸਟਰ ਜੀ ਨਾਲ ਮਿਲਾਉਣ ਜਾ ਰਹੀ ਹਾਂ। ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਵੀ ਪੰਜਾਬ ਨਿਊਜ਼ ਦੇ ਵਿੱਚ ਤੁਸੀਂ ਵੇਖੀਆਂ ਹੋਣਗੀਆਂ। ਬਹੁਤ ਸਾਰੀਆਂ ਸਾਇੰਸ ਦੇ ਜਿਹੜੇ ਨੇ ਉਹ ਐਕਸਪੈਰੀਮੈਂਟਸ ਦੱਸਦੇ ਨੇ, ਮੈਥਸ ਦੇ ਜਿਹੜੇ ਨੇ ਟ੍ਰਿਕਸ ਦੱਸਦੇ ਨੇ, ਕਿਉਂਕਿ ਅਕਸਰ ਇੱਦਾਂ ਹੁੰਦਾ ਤਾਂ ਸਭ ਨਾਲ ਹੀ ਆ। ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਹਾਂ, ਜਦ ਮੈਂ 9ਵੀਂ 10ਵੀਂ 'ਚ ਹੁੰਦੀ ਸੀ, ਮੈਥ ਅਤੇ ਸਾਇੰਸ ਦਾ ਹੋਆ ਲੱਗਦਾ ਸੀਗਾ ਕਿ ਕੁਝ ਇੱਦਾਂ ਦਾ ਮਿਲ ਜਾਏ ਕਿ ਬਸ ਦਿਮਾਗ 'ਚ ਗੱਲ ਪੈ ਜਾਏ। ਕਿਉਂਕਿ ਆਪਾਂ ਕਹਿ ਸਕਦੇ ਹਾਂ ਪੜ੍ਹਨਾ ਉਸ ਚੀਜ਼ ਨੂੰ ਸਿਰਫ ਕਿਤਾਬਾਂ 'ਚ ਦੇਖ ਕੇ ਆਹ ਚੀਜ਼ ਜਿਹੜੀ ਹੈ ਨਾ ਬਹੁਤ ਔਖੀ ਲੱਗਦੀ ਹੈ ਬੱਚਿਆਂ ਨੂੰ। ਜ਼ਰੂਰ ਜਿਹੜੇ ਬੱਚੇ ਵੀਡੀਓ ਦੇਖ ਰਹੇ ਹੋਣਗੇ ਸਮਝ ਰਹੇ ਹੋਣਗੇ, ਪਰ ਜਦ ਆਪਾਂ ਪ੍ਰੈਕਟੀਕਲ ਦੀ ਗੱਲ ਕਰੀਏ, ਜਦ ਆਪਾਂ ਚੀਜ਼ ਨੂੰ ਪ੍ਰੈਕਟੀਕਲੀ ਦੇਖ ਲੈਂਦੇ ਹਾਂ ਤਾਂ ਉਹ ਜ਼ਿਆਦਾ ਦਿਮਾਗ 'ਚ ਬਹਿ ਜਾਂਦੀ ਹੈ ਕਿ ਹਾਂ ਚੀਜ਼ ਹੋ ਕਿਵੇਂ ਰਹੀ ਹੈ। ਤਾਂ ਆਟੋਮੈਟਿਕਲੀ ਆਪਾਂ ਪੇਪਰ ਵੀ ਕਹਿ ਸਕਦੇ ਈਜ਼ੀਲੀ ਦੇ ਸਕਦੇ ਹਾਂ। ਅਤੇ ਮੈਂ ਅੱਜ ਪਹੁੰਚੀ ਹਾਂ ਗਵਰਨਮੈਂਟ ਸਕੂਲ, ਦੇਖ ਰਹੇ ਹੋਣਗੇ ਤੁਸੀਂ, ਅਤੇ ਇੱਥੇ ਜਿਹੜੇ ਨੇ ਸਰ ਪੜ੍ਹਾਉਂਦੇ ਨੇ ਮੈਥਸ ਅਤੇ ਸਾਇੰਸ, ਅਤੇ ਗੱਲਬਾਤ ਕਰਾਂਗੇ ਉਹਨਾਂ ਨਾਲ। ਬਹੁਤ ਜ਼ਿਆਦਾ ਉਹਨਾਂ ਨੂੰ ਤਜਰਬਾ ਵਾ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੀ ਮੈਂ ਕਹਾਂਗੀ ਬੈਗ ਦੇ ਵਿੱਚ ਨਾ ਸਾਂਭੀਆਂ ਹੋਈਆਂ ਕਿ ਬੱਚਿਆਂ ਨੂੰ ਮੈਂ ਪੜ੍ਹਾ ਕੇ ਹੀ ਹਟਣਾ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਪ੍ਰੈਕਟੀਕਲੀ ਕਹਿ ਲਓ। ਕਿਉਂਕਿ ਥਿਊਰੀ ਤਾਂ ਬੱਚੇ ਪੜ੍ਹਦੇ ਹੀ ਨੇ ਔਰ ਹਰ ਕੋਈ ਪੜ੍ਹਾ ਵੀ ਦਿੰਦਾ, ਪਰ ਪ੍ਰੈਕਟੀਕਲ ਦੀ ਜੇ ਗੱਲ ਆ ਜਾਏ ਤਾਂ ਬਹੁਤ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਸਮਝ ਲੱਗ ਜਾਂਦੀਆਂ ਨੇ। ਅਤੇ ਅੱਜ ਦੀ ਵੀਡੀਓ ਜਿਹੜੀ ਆ ਖਾਸ ਬੱਚਿਆਂ ਲਈ ਹੋਣ ਵਾਲੀ ਆ। ਅਤੇ ਸਵਾਗਤ ਕਰਦੇ ਹਾਂ ਸਰ ਜੀ ਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਮੈਂ ਬਿਲਕੁਲ ਠੀਕ ਠਾਕ ਹਾਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ ਸਰ, ਮੈਂ ਅੱਜ ਪਹੁੰਚੀ ਹਾਂ ਤੁਹਾਡੇ ਕੋਲ ਕਿਉਂਕਿ ਬੱਚੇ ਜਿਹੜੇ ਨੇ ਨਾ ਪੜ੍ਹ ਕੇ ਥੱਕ ਚੁੱਕੇ ਨੇ, ਮੈਂ ਕਹਿ ਸਕਦੀ ਹਾਂ। ਅਤੇ ਹੁਣ ਤਾਂ ਔਨਲਾਈਨ ਸਟੱਡੀ ਚੱਲ ਰਹੀ ਆ, ਤਾਂ ਕਿਉਂ ਨਾ ਉਹਨਾਂ ਨੂੰ ਕੁਝ ਇੱਦਾਂ ਦੀਆਂ ਟ੍ਰਿਕਸ ਦੱਸੀਆਂ ਜਾਣ ਸਾਇੰਸ ਅਤੇ ਮੈਥਸ ਦੀਆਂ, ਤਾਂ ਕਿ ਉਹਨਾਂ ਨੂੰ ਸਟੱਡੀ ਜਿਹੜੀ ਨਾ ਈਜ਼ੀਲੀ ਲੱਗਣ ਲੱਗ ਜਾਏ। ਨਹੀਂ, ਉਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਵੀ ਬੱਚੇ ਜਿਹੜੇ ਹੈ ਥੱਕ ਚੁੱਕੇ ਆ, ਤੁਹਾਡੇ ਅਨੁਸਾਰ ਥੱਕ ਚੁੱਕੇ ਆ, ਪਰ ਬੱਚਿਆਂ ਦਾ એનર્ਜੀ ਇੰਨੀ ਜ਼ਿਆਦਾ ਹੁੰਦੀ ਉਹ ਥੱਕਦੇ ਨਹੀਂ ਹੁੰਦੇ ਕਦੇ ਵੀ। ਬੱਚੇ ਤਾਂ ਭਾਲਦੇ ਆ ਵੀ ਸਾਨੂੰ ਹੋਰ ਚੀਜ਼ਾਂ ਮਿਲਣ, ਹੈ ਨਾ। ਤਾਂ ਅਧਿਆਪਕ ਹੈ ਜਿਹੜਾ ਉਹਦਾ ਫਰਜ਼ ਬਣਦਾ ਵੀ ਬੱਚਿਆਂ ਦੀ ਨਬਜ਼ ਨੂੰ ਪਛਾਣੇ ਅਤੇ ਉਹਨਾਂ ਦੇ ਟੇਸਟ ਦੇ ਮੁਤਾਬਕ ਉਹਨਾਂ ਨੂੰ ਪੜ੍ਹਾਈ ਕਰਾਵੇ। ਤਾਂ ਉਸ ਦੇ ਵਿੱਚ ਉਸ ਨੂੰ ਜਿੱਥੇ ਅਧਿਆਪਕ ਨੂੰ ਪੜ੍ਹਾਉਣ ਦਾ ਆਨੰਦ ਆਊਗਾ ਨਾ, ਤਾਂ ਉੱਥੇ ਵਿਦਿਆਰਥੀ ਨੂੰ ਪੜ੍ਹਨ ਦਾ ਵੀ ਆਨੰਦ ਆਊਗਾ। ਇਹ ਦੋਨੋਂ ਪਾਸੇ, ਇਹ ਵਨ ਵੇ ਟ੍ਰੈਫਿਕ ਨਹੀਂ ਹੈ, ਇਹ ਟੂ ਵੇ ਹੈ।
ਕਿ ਬੱਚੇ ਨੇ ਸਿੱਖਣਾ ਹੈ ਤੇ ਸਿਖਾਉਣਾ ਹੈ। ਜੇ ਮੈਂ ਸਿਖਾ ਰਿਹਾ ਤੇ ਅੱਗੇ ਸਿੱਖਣ ਵਾਲਾ ਕੋਈ ਨਹੀਂ ਹੈ, ਫਿਰ ਵੀ ਕੋਈ ਮਜ਼ਾ ਨਹੀਂ ਆਉਂਦਾ ਹੈ। ਬਿਲਕੁਲ ਉਹੀ ਗੱਲ ਹੈ ਨਾ, ਜੇ ਛੋਟੇ ਬੱਚੇ ਨੇ ਆਪਾਂ ਗੱਲ ਕਰੀਏ ਜਿਹੜੇ ਪ੍ਰੀ ਨਰਸਰੀ 'ਚ ਹੁੰਦੇ ਨੇ, ਜਦੋਂ ਵਾਲਸ ਦੇਖਦੇ ਨੇ ਕਿ ਹਾਂ ਬਈ ਕਿੰਨੇ ਸਾਰੀ ਚੀਜ਼ਾਂ ਜਿਹੜੀਆਂ ਨੇ ਰੰਗੀਲੀਆਂ ਚੀਜ਼ਾਂ ਨੇ ਬਣੀਆਂ ਹੋਈਆਂ, ਤਾਂ ਆਟੋਮੈਟਿਕਲੀ ਉਹਨਾਂ ਦਾ ਮਨ ਕਰਦਾ। ਪਰ ਜੇ ਗੱਲ ਕਰੀਏ ਕਿ ਹੁਣ ਆਪਾਂ 9ਵੀਂ 10ਵੀਂ ਵਾਲੇ ਬੱਚਿਆਂ ਦੀ, ਉਹਨਾਂ ਨੂੰ ਹੁੰਦਾ ਕਿ ਕਿਤਾਬਾਂ 'ਚ ਪੜ੍ਹੀ ਜਾਣਾ, ਸਾਇੰਸ ਤੇ ਮੈਥਸ ਤਾਂ ਉਹਨਾਂ ਨੂੰ ਹਊਆ ਲੱਗਦਾ। ਬਿਲਕੁਲ ਬਿਲਕੁਲ। ਤਾਂ ਮੈਂ ਕਹਾਂਗੀ ਕਿਉਂ ਨਾ ਟ੍ਰਿਕਸ ਜਾਂ ਫਿਰ ਮੈਥਸ ਦੀਆਂ ਟ੍ਰਿਕਸ ਵੀ ਸਰ ਦੱਸਣਗੇ ਤੇ ਐਕਸਪੈਰੀਮੈਂਟਸ ਵੀ ਨੇ, ਜ਼ਰੂਰ ਸ਼ੁਰੂ ਕੀਤਾ ਜਾਵੇ ਸਰ। ਹਾਂ ਜ਼ਰੂਰ ਜ਼ਰੂਰ। ਤਾਂ ਤੁਹਾਨੂੰ ਇੱਥੇ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਮਨੁੱਖੀ ਅੱਖ ਹੈ ਜਿਹੜੀ ਸਾਡੀ, ਉਹ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ। ਦੇਖੋ, ਮਨੁੱਖ ਦੀ ਅੱਖ ਹੈ ਜਿਹੜੀ ਇੱਕ ਐਸਾ ਯੰਤਰ ਹੈ ਜਿਸ ਨੂੰ ਪ੍ਰਕਾਸ਼ੀ ਯੰਤਰ ਕਿਹਾ ਜਾਂਦਾ ਹੈ, ਕਿ ਉਸ ਦੇ ਵਿੱਚ ਮਤਲਬ ਇੰਨਾ ਕੁਝ ਛਿਪਿਆ ਹੋਇਆ, ਜਿਵੇਂ ਅਸੀਂ ਕੰਪਿਊਟਰ ਦੇ ਵਿੱਚ ਵਿੰਡੋਜ਼ ਬਣਾ ਲਈਆਂ ਨਾ, ਕਿ ਵਿੰਡੋਜ਼ ਵੀ ਵਿੰਡੋ ਦੇ ਥਰੂ ਅਸੀਂ ਦੇਖਦੇ ਹਾਂ, ਤਾਂ ਇਸ ਤਰ੍ਹਾਂ ਦਾ ਇਹ ਸਾਡੇ ਲਈ ਇੱਕ ਅਜੂਬਾ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਜਦੋਂ ਬਾਹਰ ਨੂੰ ਦੇਖਦੇ ਹਾਂ, ਅੱਖਾਂ ਖੋਲ੍ਹਦੇ ਹਾਂ, ਤਾਂ ਜਿੱਧਰ ਮਰਜ਼ੀ ਪਸਾਰਾ ਦੇਖੀਏ, ਅਣਗਿਣਤ ਦੂਰੀ ਤੱਕ ਮੈਂ ਕਹਿ ਸਕਦਾ ਵੀ ਸਾਡੀਆਂ ਅੱਖਾਂ ਜਿਹੜੀਆਂ ਹੈਗੀਆਂ ਦੇਖਣ ਦੇ ਸਮਰੱਥ ਹੈ। ਪਰ ਇਹ ਦੇਖ ਤਾਂ ਹੀ ਸਕਦੀਆਂ ਜੇ ਇਹਨਾਂ ਦੇ ਉੱਤੇ ਪ੍ਰਕਾਸ਼ ਦੀਆਂ ਕਿਰਨਾਂ ਵਸਤੂ 'ਤੇ ਪੈਂਦੀਆਂ, ਔਰ ਵਸਤੂ 'ਤੇ ਪੈ ਕੇ ਉਹ ਸਾਡੀ ਅੱਖ ਦੇ ਵਿੱਚ ਪ੍ਰਵੇਸ਼ ਕਰਦੀਆਂ। ਤਾਂ ਹੁਣ ਇਸ ਅੱਖ ਨੂੰ ਜਦੋਂ ਅਸੀਂ ਪੜ੍ਹਾਇਆ ਜਾਂਦਾ ਹੈ, ਤਾਂ ਵਿਦਿਆਰਥੀਆਂ ਨੂੰ ਜਦੋਂ ਦੱਸਿਆ ਜਾਂਦਾ ਵੀ ਅੱਖ ਕਿਸ ਕੰਮ ਆਉਂਦੀ ਹੈ, ਕੀ ਕਰਦੀ ਹੈ ਨਾ, ਤਾਂ ਉੱਥੇ ਇੱਕ ਅਸੀਂ ਅੰਨਾ ਬਿੰਦੂ ਪੜ੍ਹਾਉਂਦੇ ਹਾਂ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਬਲਾਈਂਡ ਸਪੌਟ ਕਿਹਾ ਜਾਂਦਾ। ਤਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਪ੍ਰਯੋਗ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਉਹ ਅੰਨਾ ਬਿੰਦੂ ਤੁਸੀਂ ਆਪਣੀ ਅੱਖ ਦਾ ਚੈੱਕ ਕਰ ਸਕਦੇ ਹੋ ਵੀ ਮੇਰੀ ਆਪਣੀ ਅੱਖ ਦੇ ਵਿੱਚ ਅੰਨਾ ਬਿੰਦੂ ਹੈ ਤੇ ਕਿੱਥੇ ਹੈ, ਉਸ ਨੂੰ ਲੋਕੇਸ਼ਨ ਕਿਵੇਂ ਪਤਾ ਲੱਗਦੀ ਹੈ, ਲੋਕੇਟ ਕਿਵੇਂ ਕੀਤਾ ਜਾ ਸਕਦਾ। ਜਦੋਂ ਅਸੀਂ ਡਾਇਆਗ੍ਰਾਮੈਟਿਕਲੀ ਉਸ ਨੂੰ ਸਮਝਾਉਂਦੇ ਹਾਂ ਨਾ, ਤਾਂ ਉਸ ਦੇ ਵਿੱਚ ਉਹ ਦੱਸਿਆ ਜਾਂਦਾ ਹੈ ਕਿ ਜਿਹੜਾ ਰੈਟੀਨਾ ਹੈ, ਰੈਟੀਨਾ ਜਿਹੜਾ ਹੈ ਆਪਟਿਕ ਨਰਵਸ ਦੇ ਨਾਲ ਜੁੜਿਆ ਹੋਇਆ, ਤੇ ਆਪਟਿਕ ਨਰਵਸ ਦੇ ਨਾਲ ਜੁੜਨ ਦੇ ਕਰਕੇ ਉਹ ਮੈਸੇਜ ਜਾਂਦਾ ਬ੍ਰੇਨ ਨੂੰ, ਫਿਰ ਉਹ ਉਸ ਨੂੰ ਉਲਟੇ ਇਮੇਜ ਨੂੰ ਸਿੱਧਾ ਕਰਕੇ ਸਾਨੂੰ ਦੱਸਦਾ। ਤਾਂ ਹੁਣ ਉਹ ਆਪਟਿਕ ਨਰਵ ਦੇ ਬਿਲਕੁਲ ਨੇੜੇ ਸਾਡੇ ਕੋਲ ਦੋ ਸਪੌਟ ਮਿਲਦੇ ਆ, ਇੱਕ ਨੂੰ ਬਲਾਈਂਡ ਸਪੌਟ ਕਿਹਾ ਗਿਆ, ਇੱਕ ਨੂੰ ਯੈਲੋ ਸਪੌਟ ਕਿਹਾ ਗਿਆ। ਤਾਂ ਉਹ ਜਿਹੜਾ ਬਲਾਈਂਡ ਸਪੌਟ ਹੈ, ਉਹ ਕਿਸ ਤਰ੍ਹਾਂ ਅਸੀਂ ਮਤਲਬ ਵੀ ਵਿਦਿਆਰਥੀ ਨੂੰ ਸਿਖਾ ਸਕਦੇ ਹਾਂ ਕਿ ਬਲਾਈਂਡ ਸਪੌਟ ਤੁਸੀਂ ਸਿਰਫ ਕਿਤਾਬਾਂ 'ਚ ਪੜ੍ਹਿਆ, ਪਰ ਇਸ ਨੂੰ ਤੁਸੀਂ ਲੋਕੇਟ ਕਰਨ ਦੀ ਕੋਸ਼ਿਸ਼ ਕਰੋ। ਦੇਖੋ, ਤਾਂ ਉਸ ਦੇ ਲਈ ਮੈਂ ਇੱਕ ਯੰਤਰ ਤੁਹਾਡੇ ਸਾਹਮਣੇ ਦਿਖਾ ਰਿਹਾ ਕਿ ਇਹ ਇੱਕ ਕਾਗਜ਼ ਦਾ ਟੁਕੜਾ ਲਿਆ, ਉਸ ਦੇ ਉੱਤੇ ਦੋ ਬਿੰਦੂ ਲਗਾਏ ਆ, ਤੇ ਅਸੀਂ ਇਸ ਦੇ ਵਿੱਚ ਇਹ ਸਾਰਾ ਕੁਝ ਕਰਕੇ ਦੇਖ ਕੇ ਕਿ ਇਸ ਨੂੰ ਕਿਸ ਤਰ੍ਹਾਂ ਦਾ ਲਗਾਈਏ, ਸਕੁਏਅਰ ਵੀ ਲਗਾਇਆ ਜਾ ਸਕਦਾ ਜਾਂ ਸਰਕਲ ਹੀ ਹੋਣਾ ਚਾਹੀਦਾ ਜਾਂ ਕਲਰ ਕੋਈ ਚੇਂਜ, ਸਾਰਾ ਕੁਝ ਕਰਕੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇੰਨੀ ਦੂਰੀ ਤੇ ਅਸੀਂ ਜੇ ਦੋ ਬਿੰਦੂ ਲਗਾ ਲੈਂਦੇ ਹਾਂ, ਤਾਂ ਇਹਨਾਂ ਬਿੰਦੂਆਂ ਨੂੰ ਕਰਨ ਦੇ ਲਈ ਅਸੀਂ ਕੀ ਕਰਨਾ ਕਿ ਇਸ ਤਰ੍ਹਾਂ ਅੰਗੂਠੇ ਦੇ ਨਾਲ ਇਸ ਨੂੰ ਪਕੜ ਲੈਣਾ, ਇੱਕ ਅੱਖ ਨੂੰ ਅਸੀਂ ਬੰਦ ਕਰ ਲੈਣਾ। ਹੁਣ ਤੁਸੀਂ ਦੇਖਣਾ ਕਿ ਇਸ ਨੂੰ ਇਹ ਹੱਥ ਦੀ ਜਿੰਨੀ ਲੰਬਾਈ ਹੈ ਉੱਥੇ ਤੱਕ ਸਟ੍ਰੈਚ ਕਰਕੇ ਅਸੀਂ ਦੇਖ ਰਹੇ ਹਾਂ, ਤੇ ਜਦੋਂ ਹੀ ਇਸ ਨੂੰ ਨੇੜੇ ਲਿਆਣਾ ਆਪਣੀ ਅੱਖ ਦੇ, ਇੱਕ ਅੱਖ ਬੰਦ ਹੈ ਸਾਡੀ, ਇੱਕ ਅੱਖ ਇਹ ਦੋਨੋਂ ਬਿੰਦੂਆਂ ਨੂੰ ਦੇਖ ਰਹੀ ਹੈ। ਤਾਂ ਜਦੋਂ ਦੇਖਦੇ ਆਹਿਸਤਾ ਮੈਂ ਇਸ ਨੂੰ ਆਪਣੀ ਅੱਖ ਦੇ ਨੇੜੇ ਲੈ ਕੇ ਆ ਰਿਹਾ, ਤੇ ਜਿਵੇਂ ਜਿਵੇਂ ਇਹ ਮੇਰੀ ਅੱਖ ਦੇ ਨੇੜੇ ਆ ਰਿਹਾ, ਤਾਂ ਇੱਕ ਪੁਆਇੰਟ ਇਹ ਜਿਹਾ ਆ ਚੁੱਕਿਆ ਹੁਣ ਜਿੱਥੇ ਮੈਨੂੰ ਜਿਹੜਾ ਉਹ ਕਾਗਜ਼ ਦਾ ਟੁਕੜਾ ਤਾਂ ਪੂਰਾ ਨਜ਼ਰ ਆ ਰਿਹਾ, ਪਰ ਬਿੰਦੂ ਇੱਕ ਗਾਇਬ ਹੋ ਚੁੱਕਿਆ, ਉਸ ਤੋਂ ਇੱਕ ਬਿੰਦੂ ਰਹਿ ਗਿਆ ਹੋਇਆ। ਤੇ ਤੁਸੀਂ ਘਰੇ ਆਪ ਬਣਾ ਕੇ ਦੇਖ ਸਕਦੇ ਹੋ, ਦੋ ਬਿੰਦੂ ਲਗਾਓ ਇੰਨੀ ਕੁ ਸਟ੍ਰਿਪ ਲੈ ਕੇ, ਉਸ ਦੇ ਵਿੱਚ ਫਿਰ ਮੈਂ ਦੁਬਾਰਾ ਤੁਹਾਨੂੰ ਦੱਸਣ ਜਾ ਰਿਹਾ ਕਿ ਇਸ ਨੂੰ ਅੱਖ ਦੇ ਨੇੜੇ ਲਿਆਉਣਾ ਸ਼ੁਰੂ ਕਰੋ। ਜਦੋਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਜਿਸ ਨੂੰ ਕਿਹਾ ਜਾਂਦਾ ਹੈ, ਆਮ ਤੌਰ ਤੇ ਮੈਂ ਆਮ ਜੀ ਭਾਸ਼ਾ 'ਚ ਕਹਾਂ ਤਾਂ 25 ਸੈਂਟੀਮੀਟਰ ਅੱਖ ਦੀ ਦੂਰੀ ਤੋਂ ਜਦੋਂ ਤੁਸੀਂ ਰਹਿ ਜਾਓਗੇ, ਤਾਂ ਉਸ ਵਕਤ ਤੁਹਾਨੂੰ ਇਹ ਦੋ ਬਿੰਦੂਆਂ ਦੀ ਜਗ੍ਹਾ ਇੱਕ ਬਿੰਦੂ ਹੈ ਜਿਹੜਾ ਉਹ ਦਿਖਣਾ ਬੰਦ ਹੋ ਜਾਏਗਾ, ਪਰਲੀ ਸਾਈਡ ਵਾਲਾ। ਉਹ ਬਿੰਦੂ ਦਾ ਹੁਣ ਪ੍ਰਤੀਬਿੰਬ ਕਿੱਥੇ ਚਲਾ ਗਿਆ, ਇਮੇਜ ਉਹ ਕਿੱਥੇ ਬਣਨ ਲੱਗ ਗਿਆ, ਤਾਂ ਉਹ ਬਿੰਦੂ ਦਾ ਜਿਹੜਾ ਇਮੇਜ ਹੈ ਉਹ ਸਾਡੇ ਬਲਾਈਂਡ ਸਪੌਟ ਦੇ ਉੱਤੇ ਚਲਾ ਗਿਆ, ਕਿਉਂਕਿ ਜਿਹੜਾ ਰੈਟੀਨਾ ਹੈ ਸਾਡੇ ਕੋਲ, ਉਸ ਰੈਟੀਨਾ ਦੇ ਵਿੱਚ ਜੇ ਮੈਂ ਤੁਹਾਨੂੰ ਇੱਥੇ ਦਿਖਾਵਾਂ ਤਾਂ ਇਸ ਤਰ੍ਹਾਂ ਇਹ ਆਪਟਿਕ ਨਰਵ ਜਾ ਰਹੀ ਹੈ, ਤਾਂ ਇਸ ਪੁਆਇੰਟ ਦੇ ਉੱਤੇ ਜਿਵੇਂ ਇਹ ਇਮੇਜ ਆ ਰਿਹਾ ਸੀ ਸਾਡੇ ਕੋਲ, ਜੇ ਇਮੇਜ ਇੱਥੇ ਆ ਰਿਹਾ ਸੀ, ਇੱਥੇ ਆਂਦਾ ਉਹ ਇਮੇਜ ਇੱਥੇ ਵੀ ਆ ਸਕਦਾ ਸੀ, ਇੱਥੇ ਵੀ ਹੁਣ ਉਹ ਇਸ ਜਗ੍ਹਾ ਤੇ ਆ ਗਿਆ ਹੋਇਆ ਜਿਸ ਨੂੰ ਅਸੀਂ ਕਿ ਬਲਾਈਂਡ ਸਪੌਟ ਦਾ ਨਾਮ ਦਿੱਤਾ ਹੋਇਆ। ਤੋ ਇਹ ਜਿਹੜਾ ਬਲਾਈਂਡ ਸਪੌਟ ਹੈ, ਇਹ ਬੱਚੇ ਆਪ ਜਦੋਂ ਪ੍ਰੈਕਟੀਕਲੀ ਕਰਕੇ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਬਲਾਈਂਡ ਸਪੌਟ ਬਾਰੇ ਕਿਤਾਬ ਦੇ ਵਿੱਚ ਪੜ੍ਹਿਆ ਸੀ, ਪਰ ਅੱਜ ਮਜ਼ਾ ਆਇਆ ਇਹ ਦੇਖ ਕੇ। ਸਿਰਫ ਇੰਨਾ ਸਿੰਪਲ ਸੀ, ਇੱਕ ਕਾਗਜ਼ ਦਾ ਟੁਕੜਾ ਲੈ ਕੇ ਇਸ ਤੇ ਦੋ ਬਿੰਦੂ ਲਗਾਉਣੇ ਸੀ, ਔਰ ਉਹਨੂੰ ਨੇੜੇ ਲਿਆ ਕੇ ਜਦੋਂ ਅਸੀਂ ਦੇਖਣਾ ਸੀ ਤਾਂ ਸਾਨੂੰ ਪਤਾ ਲੱਗ ਜਾਣਾ ਸੀ ਵੀ ਮੇਰੀ ਅੱਖ ਦੇ ਵਿੱਚ ਵੀ ਅੰਨਾ ਬਿੰਦੂ ਹੈਗਾ, ਬਲਾਈਂਡ ਸਪੌਟ ਹੈਗਾ। ਤੋ ਅਕਸਰ ਇਹ ਗੱਲਾਂ ਜਿਹੜੀਆਂ ਬੱਚਿਆਂ ਨੂੰ ਪ੍ਰੈਕਟੀਕਲੀ ਸਿਖਾਈਆਂ ਜਾ ਸਕਦੀਆਂ, ਔਰ ਜਦ ਤੱਕ ਪ੍ਰੈਕਟੀਕਲੀ ਬੱਚਾ ਨਹੀਂ ਕਰੂਗਾ, ਔਰ ਅੱਜ ਸਾਡੇ ਕੋਲ ਸਕਿੱਲ ਹਰ ਜਗ੍ਹਾ ਸਕਿੱਲ ਸ਼ਬਦ ਯੂਜ਼ ਕਰਦੇ ਆ, ਤਾਂ ਉਹ ਸਕਿੱਲ ਕੀ ਹੈ? ਉਹ ਸਕਿੱਲ ਇਹੀ ਹੈ ਵੀ ਆਪਣੇ ਹੱਥ ਦੇ ਵਿੱਚ ਇਹ ਸ਼ੀਟ ਨੂੰ ਪਕੜ ਕੇ ਬੱਚਾ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕਰੇ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਵੇਂ ਹੁਣ ਅਸੀਂ ਦੇਖਿਆ ਕਿ ਟੈਲੀਸਕੋਪ ਬਣਾ ਲਈ, ਮਾਈਕਰੋਸਕੋਪ ਬਣਾ ਲਈ, ਹੁਣੇ ਜੇਮਸ ਵੈਬ ਦਾ ਗੱਲ ਚੱਲੀ ਹੈ ਸਾਡੇ ਕੋਲ ਵੀ ਅਸੀਂ ਉੱਥੇ ਜੀ ਇੰਨੇ ਕਿਲੋਮੀਟਰ ਤੇ ਧਰਤੀ ਤੋਂ ਭੇਜੀ ਹੈ ਨਾ, ਪਹਿਲਾਂ ਹਬਲ ਭੇਜੀ ਸੀ। ਤਾਂ ਉਹ
ਬੱਚਿਆਂ ਨੂੰ ਬੜੀ ਕਿਉਰਿਓਸਿਟੀ ਹੁੰਦੀ ਹੈ ਵੀ ਇਸ ਤਰ੍ਹਾਂ ਉਹ ਆਲੇ ਦੁਆਲੇ ਘੁੰਮ ਰਹੀ ਹੈ ਤੇ ਕਿਸ ਤਰ੍ਹਾਂ ਦੇਖ ਰਹੀ ਹੈ। ਤਾਂ ਉਹ ਹੁਣ ਉਹਦੇ ਵਿੱਚ ਤਾਂ ਨਾਲ ਤਾਂ ਜਾ ਨਹੀਂ ਸਕਦੇ, ਵੀਡੀਓ ਜ਼ਰੂਰ ਦੇਖ ਸਕਦੇ ਆ, ਪਰ ਉਹ ਚਾਹੁੰਦੇ ਕੀ ਹੈ ਕਿ ਮੈਂ ਆਪਣੇ ਹੱਥ ਦੇ ਵਿੱਚ ਮੇਰੇ ਕੋਲ ਐਸਾ ਕੋਈ ਯੰਤਰ ਹੋਵੇ ਜਿਸ ਨੂੰ ਮੈਂ ਦੇਖ ਸਕਾਂ। ਤਾਂ ਉਸ ਦੇ ਲਈ ਅਸੀਂ ਤੁਹਾਡੇ ਕੋਲ ਇੱਕ ਲੈ ਕੇ ਆਏ ਆਮ ਜਾਂ ਟੈਲੀਸਕੋਪ। ਇਹ ਇੱਕ ਆਮ ਟੈਲੀਸਕੋਪ ਹੈ, ਰੈਡੀਮੇਡ ਹੈ, ਮਿਲ ਜਾਂਦਾ ਮਾਰਕੀਟ ਦੇ ਵਿੱਚ, ਇਹ ਆਪ ਵੀ ਬਣਾਇਆ ਜਾ ਸਕਦਾ। ਪਰੰਤੂ ਇਸ ਦੇ ਵਿੱਚ ਕੀ ਹੈ ਕਿ ਇੱਕ ਲੈਂਸ ਇੱਧਰ ਲੱਗਿਆ, ਇੱਕ ਇੱਧਰ ਲੱਗਿਆ। ਤੇ ਜਦੋਂ ਅਸੀਂ ਇਸ ਨੂੰ +1 +2 ਦੇ ਵਿੱਚ ਪੜ੍ਹਾਉਂਦੇ ਹਾਂ, ਇਹ 6ਵੀਂ ਤੋਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, +2 ਤੱਕ ਦੀ ਕਲਾਸ ਦੇ ਵਿੱਚ ਆਪਟਿਕਸ ਦੇ ਵਿੱਚ ਇਹ ਪੜ੍ਹਾਇਆ ਜਾਂਦਾ। ਤਾਂ ਇੱਕ ਆਬਜੈਕਟ ਵਾਲੇ ਪਾਸੇ ਹੁੰਦਾ, ਇੱਕ ਅੱਖ ਵਾਲੇ ਪਾਸੇ ਹੁੰਦਾ। ਦੇਖੋ ਮੈਂ ਇਸ ਆਬਜੈਕਟ ਨੂੰ ਦੇਖ ਰਿਹਾ, ਇੱਕ ਪਾਸਿਓਂ ਮੈਂ ਇਸ ਨੂੰ ਅੱਖ ਤੇ ਲਗਾਇਆ ਹੋਇਆ। ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਆਬਜੈਕਟ ਵਾਲੇ ਪਾਸੇ ਉਸ ਨੂੰ ਆਬਜੈਕਟਿਵ ਕਿਹਾ ਜਾਂਦਾ, ਜਿਹੜਾ ਅੱਖ ਵਾਲੇ ਪਾਸੇ ਉਸ ਨੂੰ ਆਈ ਪੀਸ ਕਿਹਾ ਜਾਂਦਾ। ਹੁਣ ਇਹ ਦੋਨੋਂ ਲੈਂਸ ਹੈ ਜਿਹੜੇ, ਇਹ ਕੀ ਕੰਮ ਕਰਦੇ ਆ, ਇਹਨਾਂ ਦਾ ਕੰਬੀਨੇਸ਼ਨ ਕੰਮ ਕਰ ਰਿਹਾ ਐਕਚੁਅਲ ਦੇ ਵਿੱਚ। ਇੱਥੇ ਉਹ ਕੰਬੀਨੇਸ਼ਨ ਕੀ ਹੈ ਕਿ ਉਹ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਕਰਕੇ ਦਿਖਾਇਆ। ਟੈਲੀ, TELE, ਟੈਲੀ ਦਾ ਮਤਲਬ ਦੂਰ, ਸਕੋਪ ਦਾ ਮਤਲਬ ਦੇਖਣਾ। ਦੂਰ ਦੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਜਿਹੜਾ ਯੰਤਰ ਕੰਮ ਆ ਰਿਹਾ ਸਾਡੇ, ਉਸ ਨੂੰ ਟੈਲੀਸਕੋਪ ਕਿਹਾ ਜਾਂਦਾ। ਤਾਂ ਉਹ ਇਹ ਟੈਲੀਸਕੋਪ ਇਸ ਤਰ੍ਹਾਂ ਦੇ ਨਾਲ ਕੰਮ ਕਰਦਾ ਸਾਡੇ ਕੋਲ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚੋਂ ਜਿਹੜੀਆਂ ਦੂਰ ਦੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਨੇੜੇ ਦਿਸਣਗੀਆਂ। ਤਾਂ ਤੁਸੀਂ ਇਸ ਨੂੰ ਦੇਖੋ, ਆਪ ਦੇਖੋ ਕਰਕੇ, ਕਿਉਂਕਿ ਵਿਦਿਆਰਥੀ ਜਦ ਤੱਕ ਇਸ ਨੂੰ ਆਪਣੇ ਹੱਥੀਂ ਨਹੀਂ ਨਾ ਕਰਕੇ ਦੇਖਦਾ, ਕੋਈ ਵੀ ਚੀਜ਼ ਹੈ ਤੁਹਾਨੂੰ ਬਹੁਤ ਨੇੜੇ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਬਿਲਕੁਲ ਪੂਰੇ ਕੋਲ ਹੀ, ਹਾਂ ਬਿਲਕੁਲ ਨਜ਼ਦੀਕ ਲੱਗਦੀ ਹੈ, ਬਿਲਕੁਲ ਨਜ਼ਦੀਕ ਲੱਗਦੀ ਹੈ। ਇਹ ਜਿਹੜਾ ਕਨਸੈਪਟ ਹੈ ਬੱਚੇ ਨੂੰ ਸਮਝਾਉਣਾ ਕਿ ਅੱਖ ਸਾਡਾ ਇੱਕ ਤਰ੍ਹਾਂ ਦੇ ਨਾਲ ਦੇਖਣ ਦੇ ਵਿੱਚ ਸਹਾਇਤਾ ਕਰ ਰਹੀ ਹੈ, ਪਰ ਉਸ ਵਸਤੂ ਤੋਂ ਆ ਰਹੀਆਂ ਕਿਰਨਾਂ ਜਦੋਂ ਇਸ ਦੇ ਵਿੱਚੋਂ ਐਂਟਰ ਕੀਤੀਆਂ, ਤਾਂ ਐਂਟਰ ਕਰਨ ਦੇ ਨਾਲ ਕੀ ਹੋਇਆ ਕਿ ਇਸ ਦੇ ਵਿੱਚੋਂ ਦੂਜੇ ਲੈਂਸ ਤੇ ਪੈ ਗਈਆਂ। ਦੂਜੇ ਲੈਂਸ ਨੇ ਉਹਨਾਂ ਨੂੰ ਫੋਕਸ ਕੀਤਾ, ਫੋਕਸ ਕਰਕੇ ਉਹ ਸਾਡੀ ਅੱਖ ਨੂੰ ਦਿਖਾਇਆ। ਅੱਖ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਇੰਨੀ ਦੂਰ ਨਹੀਂ ਹੈ, ਉਹ ਨੇੜੇ ਹੈ। ਤੋ ਇੱਕ ਆਮ ਜੀ, ਇੱਕ ਸਧਾਰਨ ਜੀ ਗੱਲ ਹੈ ਜਿਹੜੀ, ਉਹ ਇੱਥੋਂ ਸਿੱਧ ਹੋ ਜਾਂਦੀ ਹੈ। ਉਸ ਨੂੰ ਫਿਰ ਪਤਾ ਲੱਗਦਾ ਹੈ ਵੀ ਇਹਦੀ ਲੰਬਾਈ ਕਿੰਨੀ ਰੱਖਣੀ ਹੈ। ਇਹ ਡਿਪੈਂਡ ਕਰਦਾ ਇਹਨਾਂ ਲੈਂਸਾਂ ਦੇ ਉੱਤੇ ਵੀ ਇਹ ਲੈਂਸ ਹੈ। ਹੁਣ ਫਿਰ ਲੈਂਸ ਦੇ ਵਿੱਚ ਜਦੋਂ ਅਸੀਂ ਪੜ੍ਹਾਉਂਦੇ ਹਾਂ ਤੇ ਪ੍ਰਕਾਸ਼ ਦਾ ਅਪਵਰਤਨ ਕੀ ਹੁੰਦਾ। ਅਪਵਰਤਨ ਕੀ ਹੈ ਕਿ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਤਾਂ ਆਉਂਦੀਆਂ ਤਾਂ ਆਪਣਾ ਰਸਤਾ ਬਦਲ ਲੈਂਦੀਆਂ। ਰਿਫਰੈਕਸ਼ਨ ਆਫ ਚੀਜ਼ਾਂ ਨਾ ਪੜੀਆਂ ਜ਼ਰੂਰ ਹੋਈਆਂ ਤੇ ਬੱਚੇ ਵੀ ਜਿਹੜੇ ਨੇ ਉਹ ਦੇਖ ਰਹੇ ਨੇ, ਉਹਨਾਂ ਨੂੰ ਹੋਏਗਾ ਕਿ ਇਹ ਤਾਂ ਬੋਰਿੰਗ ਜੀ ਲਾਈਨ ਹੈ, ਸਮਝ ਪੈ ਗਈ। ਬਟ ਹੁਣ ਜਦ ਮੈਂ ਵੀ ਖੁਦ ਇਹਨੂੰ ਆਪਣੇ ਤੇ ਦੇਖਿਆ ਨਾ ਐਕਸਪੈਰੀਮੈਂਟ ਕਰਕੇ, ਤਦ ਮੈਨੂੰ ਵੀ ਆ ਚੀਜ਼ ਕਹਿ ਸਕਦੇ ਆ ਦਿਮਾਗ 'ਚ ਬੈਠੀ ਹੈ। ਬਿਲਕੁਲ ਬਿਲਕੁਲ, ਕਿਉਂਕਿ ਇਹ ਕੱਚ ਦਾ ਲੈਂਸ ਬਣਿਆ ਹੋਇਆ ਹੈ। ਉਧਰ ਇੱਥੇ ਹਵਾ ਹੈ, ਹਵਾ ਤੋਂ ਜਦੋਂ ਕੱਚ 'ਚ ਗਈ ਕਿਰਨ, ਉਹਦੀ ਗਤੀ ਕਿੰਨੀ ਸੀ? 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ। ਜਦੋਂ ਕੱਚ ਦੇ ਵਿੱਚ ਜਾਂਦੀ ਹੈ ਤਾਂ ਉਹ ਆਪਣੀ ਗਤੀ ਜਿਹੜੀ ਆ ਉਸ ਦੀ ਘਟ ਜਾਂਦੀ ਹੈ। ਤਾਂ ਘਟਣ ਦੇ ਨਾਲ ਉਹ ਥੋੜ੍ਹਾ ਜਿਹਾ ਪੱਥ ਬਦਲ ਲੈਂਦੀ ਹੈ। ਪੱਥ ਬਦਲਣ ਦੇ ਨਾਲ ਤੁਸੀਂ ਦੇਖਿਆ ਹੋਊਗਾ ਕਿ ਇਹਦੇ ਵਿੱਚ ਜਿਹੜਾ ਇਮੇਜ ਹੈ ਸਾਨੂੰ ਉਹ ਜਿਹੜਾ ਉਲਟਾ ਨਜ਼ਰ ਆਏਗਾ। ਤਾਂ ਇਹ ਜਿਹੜਾ ਚੀਜ਼ਾਂ ਹੈਗੀਆਂ, ਟੈਲੀਸਕੋਪ ਹੈ, ਕਈ ਤਰ੍ਹਾਂ ਦੀ ਟੈਲੀਸਕੋਪ ਹੈ, ਗਲੀਲੀਓ ਨੇ ਬਣਾਈ। ਹੁਣ ਤਾਂ ਅਸੀਂ ਦੇਖ ਰਹੇ ਹਾਂ ਵੀ ਜੇਮਸ ਵੈਬ ਦਾ ਅਸੀਂ ਦੇਖ ਰਹੇ ਹਾਂ ਕਿੰਨੇ ਦਿਨਾਂ ਤੋਂ ਪ੍ਰਚਾਰ ਹੋ ਰਿਹਾ ਹੈ, ਔਰ ਕਿੰਨੇ ਢੰਗ ਦੇ ਨਾਲ ਅਸੀਂ ਉਸ ਨੂੰ ਲੈਗਰੈਂਜ ਪੁਆਇੰਟ ਦੇ ਉੱਤੇ ਜਿਹੜਾ ਫਿਕਸ ਕਰਤਾ ਹੋਇਆ। ਤਾਂ ਇਹ ਚੀਜ਼ਾਂ ਜਿਹੜੀਆਂ ਬੱਚੇ ਜ਼ਰੂਰ ਇਸ ਚੀਜ਼ ਨੂੰ ਵੀਡੀਓ ਦੇਖਣ ਭਾਵੇਂ, ਲੇਕਿਨ ਉਹਨਾਂ ਨੂੰ ਬੇਸ ਪਤਾ ਹੋਵੇ ਵੀ ਇਹ ਕਿਸ ਤਰ੍ਹਾਂ ਹੁੰਦਾ। ਹੁਣ ਇਹੀ ਯੰਤਰ ਹੈ ਜਿਹੜਾ, ਇਸ ਦੇ ਵਿੱਚੋਂ ਜੇ ਮੈਂ ਇਹ ਲੈਂਸ ਕੱਢ ਲੈਣਾ, ਮੈਂ ਆਈ ਪੀਸ ਵੀ ਕੱਢ ਲਿਆ ਔਰ ਆਬਜੈਕਟਿਵ ਵੀ ਕੱਢ ਲਿਆ। ਹੁਣ ਇਸ ਦੇ ਵਿੱਚੋਂ ਕੱਢਣ ਤੋਂ ਬਾਅਦ ਇਸ ਦੇ ਵਿੱਚ ਮੈਂ ਇਹ ਫਿੱਟ ਕਰਨਾ, ਤੁਸੀਂ ਦੇਖ ਰਹੇ ਹੋਵੋਗੇ। ਤਾਂ ਇਹ ਹੁਣ ਮੇਰੇ ਕੋਲ ਇੱਕ ਹੋਰ ਯੰਤਰ ਤਿਆਰ ਹੋ ਗਿਆ। ਅੱਛਾ, ਉਹ ਕੀ? ਪਾਈਪ ਉਹੀ ਰੱਖੀ ਹੈ ਮੈਂ, ਪਰ ਇਹਦੇ ਸ਼ੀਸ਼ਿਆਂ ਨੂੰ ਬਦਲ ਲਿਆ ਹੋਇਆ। ਹੁਣ ਸ਼ੀਸ਼ਿਆਂ ਨੂੰ ਬਦਲਣ ਦਾ ਮਤਲਬ ਕੀ ਹੈ ਕਿ ਇਹ ਮੇਰਾ ਪੈਰੀਸਕੋਪ ਬਣ ਗਿਆ, ਜਿਹੜਾ ਮੈਂ ਪਣਡੁੱਬੀਆਂ ਦੇ ਵਿੱਚ ਵਰਤਦਾ। ਤਾਂ ਪੈਰੀਸਕੋਪ ਕੀ ਕੰਮ ਕਰਦਾ ਮੈਂ ਤੁਹਾਨੂੰ ਹੁਣੇ ਦੱਸਦਾ ਵੀ ਪੈਰੀਸਕੋਪ ਕੀ ਕੰਮ ਕਰਦਾ। ਵੀ ਸਪੋਜ਼ ਕਰੋ ਤੁਸੀਂ ਇੱਥੇ ਖੜੇ ਹੋ, ਤੁਸੀਂ ਆਓ ਨੇੜੇ ਖੁਸ਼ਬੂ, ਤੁਸੀਂ ਇੱਥੇ ਖੜੇ ਹੋ, ਤੁਹਾਨੂੰ ਪਰਲੇ ਪਾਸੇ ਨਹੀਂ ਦਿਸ ਰਿਹਾ ਵੀ ਕੀ ਹੋ ਰਿਹਾ, ਲੇਕਿਨ ਤੁਸੀਂ ਇਸ ਨੂੰ ਇੱਥੇ ਲਗਾ ਕੇ ਤੇ ਤੁਸੀਂ ਪਰਲੇ ਪਾਸੇ ਦਾ ਸੀਨ ਹੈ ਜਿਹੜਾ ਦੇਖ ਸਕਦੇ ਹੋ ਵੀ ਪਿੱਛੇ ਕੀ ਹੋ ਰਿਹਾ। ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ। ਬਿਲਕੁਲ ਬਿਲਕੁਲ। ਤਾਂ ਹੁਣ ਤੁਹਾਡੇ ਕੱਦ ਦੇ ਮੁਤਾਬਕ ਤਾਂ ਇਹ ਹੈ ਵੀ ਇੱਥੇ ਦੀਵਾਰ ਹੈ, ਤੁਸੀਂ ਨਹੀਂ, ਪਰ ਤੁਸੀਂ ਹੁਣ ਦੀਵਾਰ ਤੋਂ ਪਰਾਂ ਵੀ ਦੇਖ ਸਕਦੇ ਹੋ। ਤਾਂ ਇਹ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਇਸੇ ਯੰਤਰ ਜਿਹੜੇ ਸਾਡੇ ਸਬਮੈਰੀਨਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਪਣਡੁੱਬੀ, ਪਾਣੀ ਦੇ ਵਿੱਚ ਡੁੱਬੀ ਵੀ ਹੁੰਦੀ ਹੈ। ਤਾਂ ਉੱਥੇ ਸਾਡੇ ਜਿਹੜੇ ਮਿਲਟਰੀ ਮੈਨ ਹੈ ਉਹ ਜਦੋਂ ਉੱਪਰ ਇਸ ਦੇ ਰਾਹੀਂ ਦੇਖਦੇ ਆ ਵੀ ਕੋਈ ਸਾਹਮਣੇ ਹੋਰ ਕੋਈ ਦੁਸ਼ਮਣ ਦਾ ਸ਼ਿਪ ਤਾਂ ਨਹੀਂ ਆ ਰਿਹਾ ਜਾਂ ਕੋਈ ਹੋਰ ਅਟੈਕ ਤਾਂ ਨਹੀਂ ਕਰਨ ਵਾਲਾ, ਤੇ ਉੱਥੇ ਯੂਜ਼। ਔਰ ਮੋਰ ਓਵਰ ਇਸ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਇਹ 360 ਡਿਗਰੀ ਦੀ ਪੈਰੀਸਕੋਪ ਹੈ। ਆਮ ਜਿਹੜੀ ਅਸੀਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਾਂ ਛੋਟੇ ਬੱਚਿਆਂ ਨੂੰ, ਜ਼ੈਡ ਸ਼ੇਪ ਹੀ ਦਿਖਾਈ ਗਈ ਹੈ ਸਾਡੇ ਕੋਲ ਕਿ ਉਸ ਦੇ ਵਿੱਚ ਬੜਾ ਸਿੰਪਲ ਜਿਹਾ ਇਸ ਦਾ ਪ੍ਰਿੰਸੀਪਲ ਹੈ। ਜਦੋਂ ਉਸ ਨੂੰ ਕੱਢ ਕੇ ਦਿਖਾਇਆ ਜਾਂਦਾ ਕਿ ਇੱਕ ਇਸ ਦੇ ਵਿੱਚ ਮਿਰਰ ਲੱਗਿਆ ਹੋਇਆ, ਔਰ ਮਿਰਰ ਹੈ ਜਿਹੜਾ 45 ਡਿਗਰੀ ਦੇ ਐਂਗਲ ਦੇ ਉੱਤੇ ਅਸੀਂ ਲਗਾਇਆ ਹੋਇਆ ਇਸ ਦੇ ਵਿੱਚ।
ਵਿੱਚ। ਉਹ ਹੁਣ 45 ਡਿਗਰੀ ਤੇ ਜਦੋਂ ਇਹ ਰੇਜ਼ ਇਧਰੋਂ ਆਈਆਂ 45 ਤੇ ਪੈ ਕੇ ਨੀਚੇ ਹਾਂ ਰਿਫਲੈਕਸ਼ਨ, ਇਸ ਪ੍ਰੋਸੈਸ ਨੂੰ ਪਰਾਵਰਤਨ ਕਿਹਾ ਜਾਂਦਾ ਪੰਜਾਬੀ 'ਚ, ਰਿਫਲੈਕਸ਼ਨ ਕਿਹਾ ਜਾਂਦਾ। ਤਾਂ ਇਹ ਰਿਫਲੈਕਸ਼ਨ ਤੇ ਆਧਾਰਿਤ ਆ, ਉਹ ਰਿਫਰੈਕਸ਼ਨ ਤੇ ਆਧਾਰਿਤ ਸੀ। ਤਾਂ ਇਸ ਤਰ੍ਹਾਂ ਦੇ ਨਾਲ ਇਹ ਪੈਰੀਸਕੋਪ ਹੈ ਜਿਹੜਾ ਸਾਡਾ ਕੰਮ ਕਰਦਾ, ਔਰ ਮੋਰ ਓਵਰ ਇਹ 360 ਡਿਗਰੀ ਜਿੱਧਰ ਮਰਜ਼ੀ ਘੁਮਾਇਆ ਜਾ ਸਕਦਾ। ਜਿਹੜਾ ਆਮ ਪੈਰੀਸਕੋਪ ਸੀ ਸਾਡਾ, ਉਸ ਦੇ ਵਿੱਚ ਕੀ ਸੀ, ਜ਼ੈਡ ਸ਼ੇਪ ਸੀਗਾ, ਲੇਕਿਨ ਅਸੀਂ ਉਸ ਨੂੰ ਬਸ ਇੱਕ ਜਗ੍ਹਾ ਤੇ ਪੈਰੀਸਕੋਪ ਪੂਰਾ ਘੁਮਾਉਣਾ ਪੈਂਦਾ ਸੀ। ਹੁਣ ਪੈਰੀਸਕੋਪ ਨਹੀਂ, ਇਸ ਦੀ ਪਾਈਪ ਨੂੰ ਘੁਮਾ ਕੇ ਅਸੀਂ ਇਸ ਨੂੰ ਰੋਟੇਟ ਕਰਕੇ ਸਾਰਾ ਇਸ ਤੋਂ ਤੋ ਇਹ ਜੇ ਯੰਤਰ ਹੈ ਜਿਹੜੇ ਮਤਲਬ ਇੱਕ ਹੀ ਟੈਲੀਸਕੋਪ ਦੇ ਨਾਲ ਹੀ ਸਾਡੇ ਕੋਲ ਪੈਰੀਸਕੋਪ ਬਣ ਜਾਂਦਾ। ਤੋ ਹੁਣ ਗੱਲ ਆ ਜਾਂਦੀ ਹੈ ਮਾਈਕਰੋਸਕੋਪ ਦੀ। ਤੋ ਬੱਚੇ ਕਹਿੰਦੇ ਜੀ ਮਾਈਕਰੋਸਕੋਪ ਯੰਤਰ ਦਾ ਬੜਾ ਕੰਪਲੈਕਸ ਜਿਹਾ ਯੰਤਰ ਹੈ ਨਾ। ਮਾਈਕਰੋਸਕੋਪ ਦੇ ਵਿੱਚ ਵੀ ਜਦੋਂ ਅਸੀਂ ਪੜ੍ਹਾਉਂਦੇ ਹਾਂ, ਅਸੀਂ ਕਹਿੰਦੇ ਇੱਕ ਸਿੰਪਲ ਮਾਈਕਰੋਸਕੋਪ ਹੈ, ਇੱਕ ਕੰਪਾਊਂਡ ਮਾਈਕਰੋਸਕੋਪ ਹੈ। ਹੁਣ ਸਿੰਪਲ ਤੇ ਕੰਪਾਊਂਡ ਦਾ ਦੱਸਣ ਦੇ ਲਈ ਉਸ ਨੂੰ ਇੱਕ ਸਿੰਪਲ ਜੀ ਗੱਲ ਦੱਸੀ ਦੀ ਹੈ ਵੀ ਜਿਸ ਦੇ ਵਿੱਚ ਇੱਕੋ ਲੈਂਸ ਕੰਮ ਕਰ ਰਿਹਾ ਦੈਟ ਇਜ਼ ਸਿੰਪਲ, ਔਰ ਜਿਸ ਦੇ ਵਿੱਚ ਇੱਕ ਤੋਂ ਵੱਧ ਲੈਂਸ ਅਸੀਂ ਲਗਾਤੇ ਕੰਪਾਊਂਡ ਹੋ ਜਾਂਦਾ ਸਾਡੇ ਕੋਲ। ਤੋ ਹੁਣ ਬੱਚਿਆਂ ਨੂੰ ਮੈਂ ਜਦੋਂ ਜਮਾਤ ਦੇ ਵਿੱਚ ਦਿਲਚਸਪੀ ਪੈਦਾ ਕਰਨੀ ਹੈ, ਉਹਨਾਂ ਨੂੰ ਦੱਸਣਾ ਵੀ ਹੈ ਨਾ, ਕਨਸੈਪਟ ਵੀ ਦੱਸਣਾ ਹੈ, ਉਹਨਾਂ ਨੂੰ ਸਮਝ ਵੀ ਆਵੇ, ਉਹਨਾਂ ਨੂੰ ਲੱਗੇ ਵੀ ਹਾਂ ਵਾਕਈ ਇਹ ਇਸ ਤਰ੍ਹਾਂ ਕੰਮ ਕਰ ਰਹੀ ਹੈ ਚੀਜ਼। ਤਾਂ ਉਹਦੇ ਲਈ ਉਹਨਾਂ ਨੂੰ ਇਹ ਕਹੀਦਾ ਹੈ ਕਿ ਬੇਟੇ ਅੱਜ ਤੁਹਾਨੂੰ ਮਾਈਕਰੋਸਕੋਪ ਬਣਾ ਕੇ ਦਿਖਾਵਾਂਗੇ ਪਾਣੀ ਦੀ ਬੂੰਦ ਨਾਲ। ਪਾਣੀ ਦੀ ਬੂੰਦ ਨਾਲ ਮਾਈਕਰੋਸਕੋਪ ਬਣਾ ਕੇ ਦਿਖਾਇਆ ਜਾਊਗਾ। ਤਾਂ ਉਹ ਪਾਣੀ ਦੀ ਬੂੰਦ ਨਾਲ ਜਿਹੜਾ ਮਾਈਕਰੋਸਕੋਪ ਹੈ ਉਹ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ, ਕਿ ਇੱਕ ਅਸੀਂ ਕੱਚ ਦਾ ਇਹ ਟੁਕੜਾ ਲਿਆ, ਤਾਂ ਹੁਣ ਇਸ ਦੇ ਉੱਤੇ ਇੱਕ ਅਸੀਂ ਪਾਣੀ ਦੀ ਜਿਹੜੀ ਬੂੰਦ ਹੈ ਉਹ ਤੁਹਾਨੂੰ ਪਾ ਕੇ ਦਿਖਾਵਾਂਗੇ। ਠੀਕ ਹੈ, ਪਾਣੀ ਦੀ ਬੂੰਦ ਆ ਰਹੀ ਹੈ, ਇਹ ਸਿੰਪਲ ਕੱਚ ਹੈ ਮਤਲਬ। ਪਰ ਇੱਕ ਆਪਾਂ ਇਹ ਵੀ ਗੱਲ ਦੇਖ ਸਕਦੇ ਹਾਂ, ਜਿੱਦਾਂ ਹੁਣ ਬੱਚੇ ਵੀ ਦੇਖ ਰਹੇ ਹੋਣਗੇ ਵੀਡੀਓ, ਤੇ ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਜ਼ਰੂਰ ਦੇਖੀਆਂ ਨੇ, ਤੇ ਇਹਨੂੰ ਤੁਸੀਂ ਆਪਣੇ ਐਗਜ਼ਾਮਸ ਦੇ ਵਿੱਚ ਕਹਿ ਸਕਦੇ ਆ ਐਕਟੀਵਿਟੀ ਜ਼ਰੂਰ ਲਿਖ ਸਕਦੇ ਆ ਨਾ, ਐਗਜ਼ਾਮਪਲਸ ਲਿਖ ਸਕਦੇ ਨੇ। ਔਰ ਮੋਰ ਓਵਰ ਮੈਂ ਇਸ ਗੱਲ ਤੇ ਸਟ੍ਰੈਸ ਕਰਦਾ, ਐਕਟੀਵਿਟੀ ਲਿਖੋ ਲੇਕਿਨ ਇਸ ਨੂੰ ਰਿਸਰਚ ਕਰੋ। ਇਹ ਤਾਂ ਮੈਂ ਤੁਹਾਨੂੰ ਦੱਸਤਾ, ਤੁਸੀਂ ਇਸ ਤੋਂ ਅੱਗੇ ਕੀ ਕਰ ਰਹੇ ਹੋ, ਮੈਨੂੰ ਤਾਂ ਉਹ ਚਾਹੀਦਾ। ਇਹ ਤਾਂ ਮੈਂ ਦੱਸ ਚੁੱਕਿਆ ਨਾ ਤੁਹਾਨੂੰ। ਮੈਨੂੰ ਲੱਗਦਾ ਹੁਣ ਨਾ ਵੀਡੀਓ ਤੋਂ ਬਾਅਦ ਬੱਚੇ ਬਹਿ ਜਾਣਗੇ ਦੇਖਣ ਕਿ ਅਸੀਂ ਵੀ, ਸਾਨੂੰ ਵੀ ਇਹ ਚੀਜ਼ਾਂ ਚਾਹੀਦੀਆਂ। ਕੀ ਕਰਨਾ ਅਸੀਂ, ਮੈਂ ਤੁਹਾਨੂੰ ਦਿਖਾਉਣਾ ਚਾਹ ਰਿਹਾ ਕਿ ਇਸ ਦੇ ਉੱਤੇ ਅਸੀਂ ਇੱਕ ਪਾਣੀ ਦੀ ਬੂੰਦ ਪਾਈ ਹੈ। ਠੀਕ ਹੈ, ਬਸ। ਤਾਂ ਹੁਣ ਤੁਹਾਨੂੰ ਮੈਂ ਇਸ ਦੇ ਨਾਲ ਦਿਖਾਊਂਗਾ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਬਰੀਕ ਤੋਂ ਬਰੀਕ ਅੱਖਰਾਂ ਨੂੰ ਵੱਡਾ ਕਰਕੇ ਦਿਖਾਇਆ ਜਾਊਗਾ। ਹੁਣ ਜਿਹੜਾ ਸਾਡਾ ਪੈਰੀਸਕੋਪ ਮਾਈਕਰੋਸਕੋਪ ਕੰਮ ਕਰਦਾ ਹੈ, ਉਹ ਕਿਸ ਤੇ ਕੰਮ ਕਰਦਾ ਹੈ, ਹੁਣ ਤੁਸੀਂ ਦੇਖੋਗੇ ਇਸ ਦੇ ਵਿੱਚ ਕਿ ਇਸ ਦੇ ਵਿੱਚ ਜਿਹੜੇ ਹੈ ਇਹ ਆਮ ਹੀ ਅੱਖਰ ਨਜ਼ਰ ਆ ਰਹੇ ਹਨ, ਪਰ ਇਸ ਨੂੰ ਜਦੋਂ ਅਸੀਂ ਪਾਣੀ ਦੇ ਹੇਠਾਂ ਦੇਖਦੇ ਹਾਂ ਤਾਂ ਉਹ ਵੱਡੇ ਹੋ ਜਾਂਦੇ। ਤੁਸੀਂ ਦੇਖੋ ਇੱਕ ਵਾਰੀ, ਇਹ ਕਿੱਦਾਂ ਪੋਸੀਬਲ ਹੋ ਸਕਦਾ? ਇਹ ਮੈਂ ਤੁਹਾਨੂੰ ਦੱਸਦਾ। ਇਹ ਦੇਖੋ ਜੀ, ਇਸ ਦੇ ਵਿੱਚ ਕੈਮਰੇ 'ਚ ਮੈਂ ਆਪਣੇ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਜਿੱਦਾਂ ਮੈਨੂੰ ਸਾਈਡ ਤੋਂ ਵੀ ਦਿਖ ਰਿਹਾ ਵਾ ਪ੍ਰੋਪਰ ਕਿ ਹਾਂ, ਹਾਂਜੀ ਹਾਂਜੀ ਪ੍ਰੋਪਰ ਦਿਖ ਰਿਹਾ। ਚਲੋ ਕੈਮਰੇ 'ਚ ਨਹੀਂ ਕਵਰ ਕਰ ਸਕਦੇ, ਆਪਾਂ ਦੱਸ ਸਕਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਦੇਖ ਰਹੇ ਹੋਣਗੇ, ਤੇ ਕਿਸ ਤਰ੍ਹਾਂ ਬੱਚੇ ਜਿਹੜੇ ਹੈ ਨਾ ਉਹ ਕਿੱਦਾਂ ਦੇਖ ਸਕਦੇ ਨੇ ਆਪਣੇ ਘਰੇ। ਉਹ ਆਪਣੇ ਘਰੇ ਬਸ ਇਸ ਤਰ੍ਹਾਂ ਹੀ ਕੋਈ ਕੱਚ ਦੀ ਇੱਕ ਚੀਜ਼ ਲੈ ਕੇ ਉਸ ਦੇ ਉੱਤੇ ਇੱਕ ਪਾਣੀ ਦੀ ਬੂੰਦ ਪਾਣ। ਪਾਣੀ ਦੀ ਬੂੰਦ ਪਾਉਣ ਤੋਂ ਬਾਅਦ ਉਹ ਕੋਈ ਵੀ ਛੋਟੇ ਅੱਖਰ ਜਾਂ ਅਖਬਾਰ ਦਾ ਟੁਕੜਾ ਲੈ ਲੈਣ, ਉਸ ਨੂੰ ਉਸ ਦੇ ਉੱਪਰ ਰੱਖਣ ਤੇ ਇਸ ਦੇ ਨੀਚੇ ਪੜ੍ਹ ਕੇ ਦੇਖਣ ਦੀ ਕੋਸ਼ਿਸ਼ ਕਰਨ, ਤਾਂ ਉਹਨਾਂ ਨੂੰ ਜਿਹੜੇ ਨਿਚਲੇ ਅੱਖਰ ਜਿਹੜੇ ਛੋਟੇ ਆ, ਆਮ ਛੋਟੇ ਨਜ਼ਰ ਆਣਗੇ, ਪਰ ਪਾਣੀ ਦੇ ਵਿੱਚੋਂ ਜੋ ਦੇਖਣਗੇ ਤਾਂ ਵੱਡੇ ਨਜ਼ਰ ਆਣ। ਤਾਂ ਇਹਨੂੰ ਕਹਿੰਦੇ ਆ ਵਾਟਰ ਡ੍ਰੌਪ ਮਾਈਕਰੋਸਕੋਪ। ਮੈਂ ਇਹ ਪੁੱਛਣ ਲੱਗੀ ਸੀ ਕਿ ਪਾਣੀ ਦਾ ਰੋਲ ਕਿਵੇਂ, ਇਹ ਕਹਿ ਸਕਦੇ ਕਿ ਪੋਸੀਬਲ ਕਿਵੇਂ ਹੋ ਸਕਦਾ? ਬਿਲਕੁਲ, ਇਹ ਜਿਹੜੀ ਅੱਖ ਹੈ ਨਾ ਸਾਡੀ, ਇਹ ਬੜੀ ਕਮਾਲ ਦੀ ਮਤਲਬ ਵੀ ਇੱਕ ਦੇਣ ਹੈ ਕੁਦਰਤ ਦੀ ਸਾਨੂੰ, ਕਿ ਸਾਨੂੰ ਜਿਹੜੀ ਅੱਖ ਮਿਲੀ ਹੈ। ਇਸ ਦੇ ਵਿੱਚ ਇੱਕ ਤੁਹਾਨੂੰ ਦਿਖਾਈਏ ਅਸੀਂ ਕਿ ਇਹ ਇੱਕ ਪਾਸੇ ਤੋਤਾ ਹੈ, ਇੱਕ ਪਾਸੇ ਪਿੰਜਰਾ ਹੈ, ਪਰ ਇਹ ਪਿੰਜਰੇ ਤੋਂ ਬਾਹਰ ਹੈ ਤੋਤਾ। ਪਰ ਹੁਣ ਸਾਡੀ ਅੱਖ ਭੁਲੇਖਾ ਖਾ ਜਾਂਦੀ ਹੈ। ਕਿਵੇਂ ਭੁਲੇਖਾ ਖਾਂਦੀ ਹੈ? ਇਸ ਤੇ ਆਧਾਰਿਤ ਹੈ ਸਾਡੇ ਸਿਨੇਮਿਆਂ ਦੇ ਵਿੱਚ ਪਿਕਚਰਾਂ ਕਿਵੇਂ ਚੱਲਦੀਆਂ, ਪ੍ਰੋਜੈਕਟਰ ਕਿਵੇਂ ਕੰਮ ਕਰਦੇ ਆ, ਉਹ ਮੂਵਮੈਂਟ ਕਿਵੇਂ। ਹਰ ਥੀਏਟਰ ਦੇ ਵਿੱਚ ਜਾ ਕੇ ਤਾਂ ਨਹੀਂ ਨਾ ਉਹ ਬੈਠੇ ਹੁੰਦੇ ਸਾਡੇ ਕੋਲ ਜਿਹੜੇ ਹੀਰੋ ਹੈ, ਐਕਟਰਸ ਹੈ ਜਾਂ ਐਕਟਰਸਿਸ ਹੈ। ਤਾਂ ਹੁਣ ਉੱਥੇ ਕੀ ਹੈ ਕਿ ਇਹ ਇੱਕ ਪਿੰਜਰਾ ਹੈ, ਇਹ ਇੱਕ ਤੋਤਾ ਹੈ, ਤੋਤਾ ਬਾਹਰ ਹੈ ਪਿੰਜਰੇ ਤੋਂ। ਹੁਣ ਇਸ ਤੋਤੇ ਨੂੰ ਪਿੰਜਰੇ ਦੇ ਵਿੱਚ ਲਿਆਉਣਾ ਅਸੀਂ, ਤਾਂ ਅਸੀਂ ਇਸ ਨੂੰ ਮੂਵਮੈਂਟ ਦਿੰਦੇ ਹਾਂ। ਤਾਂ ਜਦੋਂ ਇਸ ਦੀ ਮੂਵਮੈਂਟ ਆਉਂਦੀ ਹੈ ਤਾਂ ਸਾਨੂੰ ਇਹ ਲੱਗਦਾ ਵੀ ਤੋਤਾ ਪਿੰਜਰੇ 'ਚ ਆ ਗਿਆ ਹੋਇਆ, ਪਰ ਐਕਚੁਅਲ ਦੇ ਵਿੱਚ ਤੋਤਾ ਪਿੰਜਰਾ, ਤੋਤਾ ਕੈਮਰੇ 'ਚ ਵੀ ਜ਼ਰੂਰ ਕਵਰ ਕਰੋ, ਇਹਨੂੰ ਚਲਾਇਓ ਸਰ। ਤੋਤਾ ਪਿੰਜਰਾ। ਤਾਂ ਹੁਣ ਇਹ ਜਦੋਂ ਇਸ ਦੀ ਮੂਵਮੈਂਟ ਜੇ ਸਲੋ ਕਰੋਗੇ ਤਾਂ ਤੁਹਾਨੂੰ ਨਹੀਂ ਪਤਾ ਲੱਗੇ, ਪਰ ਜਦੋਂ ਇਸ ਦੀ ਫਾਸਟ ਮੂਵਮੈਂਟ ਹੁੰਦੀ ਹੈ ਤਾਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਜਿਹੜਾ ਤੋਤਾ ਹੈ ਉਹ ਪਿੰਜਰੇ ਦੇ ਵਿੱਚ ਆ ਗਿਆ। ਇਹਦਾ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਵੀ। ਇਹ ਕਾਰਨ ਇਹ ਹੈ ਕਿ ਜਿਹੜੀ ਅੱਖ ਦੇ ਉੱਤੇ ਰੈਟੀਨਾ ਦੇ ਉੱਤੇ ਇਮੇਜ ਬਣ ਰਿਹਾ ਸਾਡਾ, ਉਹ 1/16 ਸੈਕਿੰਡ ਤੱਕ ਪਰਸਿਸਟ ਕਰਦਾ ਹੈ, ਰਹਿੰਦਾ ਹੈ। ਉਸ ਤੋਂ ਬਾਅਦ ਆਪਣੇ ਆਪ ਇਰੇਜ਼ ਹੋ ਜਾਂਦਾ। ਤਾਂ ਉਸ ਦੇ ਵਿੱਚ ਇੱਕ ਇਮੇਜ ਦੇ ਉੱਪਰ ਜੇ ਦੂਸਰਾ ਇਮੇਜ ਓਵਰਲੈਪ ਕਰ ਜੇ ਤਾਂ ਉਸ ਵਕਤ ਇਸ ਓਵਰਲੈਪਿੰਗ ਦਾ ਨਤੀਜਾ ਇਹ ਹੁੰਦਾ ਕਿ ਸਾਡੇ ਕੋਲ ਦੋਨੋਂ ਇਮੇਜ ਜਿਹੜੇ ਮਿਕਸ ਅਪ ਹੋ ਜਾਂਦੇ। ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਵੀ ਨੇ ਖੇਡਣ ਵਾਲੀਆਂ ਵੀ, ਸੇਮ ਇਦਾਂ ਹੀ ਹੁੰਦਾ ਕਿ ਉਹਨੂੰ ਮੂਵ ਕਰੋ ਤੇ ਇਦਾਂ ਚੇਂਜ ਲੱਗੇਗਾ ਕਿ ਉਹ
ਪਿਕਚਰ ਹੀ ਜਿਹੜੀ ਖੁਦ ਮੂਵ ਕਰ ਰਹੀ ਹੈ। ਸੋ ਦੇਖ ਲਓ ਦਰਸ਼ਕੋ, ਇਹਦਾ ਰੀਜ਼ਨ ਕੀ ਆ ਸਰ ਦੱਸ ਰਹੇ ਨੇ। ਸਰ ਹੋਰ ਕੀ ਚੀਜ਼ਾਂ ਨੇ, ਫਿਰ ਆਪਾਂ ਮੈਥ ਵੀ ਸ਼ੁਰੂ ਕਰਦੇ ਹਾਂ। ਹਾਂ, ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਜਿਹੜੀ ਵਿਗਿਆਨ ਹੈ ਨਾ, ਵਿਗਿਆਨ ਦਾ ਕੋਈ ਅੰਤ ਨਹੀਂ ਹੈ। ਹੁਣ ਇਸ ਦੇ ਵਿੱਚ ਤੁਹਾਨੂੰ ਇੱਕ ਅਸੀਂ ਮੈਗਨੀਸ਼ੀਅਮ ਰਿਬਨ ਦਿਖਾਉਣ ਜਾ ਰਹੇ ਹਾਂ ਕਿ ਇੱਕ ਇਹ ਮੈਗਨੀਸ਼ੀਅਮ ਦਾ ਰਿਬਨ ਹੈ ਸਾਡੇ ਕੋਲ, ਔਰ ਜਦੋਂ ਇਹ ਮੈਗਨੀਸ਼ੀਅਮ ਦੀ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਰਿਐਕਸ਼ਨ ਹੁੰਦੀ ਹੈ ਤਾਂ ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ। ਤਾਂ ਇਸ ਨੂੰ ਜਦੋਂ ਅਸੀਂ ਜਲਾਵਾਂਗੇ, ਇੱਕ ਤਾਂ ਇਹ ਬਹੁਤ ਸਾਰੀ ਚਮਕਦੀ ਰੋਸ਼ਨੀ ਦੇ ਨਾਲ ਜਲਦਾ, ਫਿਰ ਇਹਦੇ ਵਿੱਚੋਂ ਵਾਈਟ ਪਦਾਰਥ ਬਣਦਾ ਜਿਹਨੂੰ ਅਸੀਂ ਮੈਗਨੀਸ਼ੀਅਮ ਆਕਸਾਈਡ ਕਿਹਾ ਜਾਂਦਾ। ਠੀਕ ਹੈ, ਤਾਂ ਇਹ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਦੇ ਲਈ ਥੋੜਾ ਜਿਹਾ ਸਾਨੂੰ ਇੱਥੇ ਜਿਹੜੀ ਲਾਈਟ ਨਹੀਂ ਆਏਗੀ, ਆਉਣਾ ਪਏਗਾ। ਹਾਂਜੀ, ਤਾਂ ਇੱਥੇ ਲਾਈਟ ਨਹੀਂ ਆਏਗੀ, ਸੋ ਆਪਾਂ ਥੋੜਾ ਜਿਹਾ ਇੱਧਰ ਆਇਆ। ਤਾਂ ਹੁਣ ਇੱਥੇ ਤੁਹਾਨੂੰ ਦਿਖਾਊਂਗਾ ਮੈਂ। ਇਹ ਦੇਖ ਰਹੇ ਹੋ ਤੁਸੀਂ ਇਸ ਟਾਈਮ ਕਿ ਮੈਗਨੀਸ਼ੀਅਮ ਰਿਬਨ ਨੂੰ ਹਾਈ ਟੈਂਪਰੇਚਰ ਦੀ ਲੋੜ ਹੈ। ਕਿਉਂਕਿ ਜਿਹੜੇ ਐਕਸਪੈਰੀਮੈਂਟ ਕਰਨੇ ਹੁੰਦੇ ਆ ਨਾ, ਕਈ ਵਾਰੀ ਉਹਨੂੰ ਹਰ ਕੰਡੀਸ਼ਨ ਦੇ ਵਿੱਚੋਂ ਲੰਘਾਉਣਾ ਪੈਂਦਾ। ਕਈ ਵਾਰੀ ਐਕਸਪੈਰੀਮੈਂਟ ਨਹੀਂ ਵੀ ਹੁੰਦੇ, ਜ਼ਰੂਰੀ ਨਹੀਂ ਹੁੰਦਾ ਵੀ ਹਰ ਐਕਸਪੈਰੀਮੈਂਟ ਹੈ ਜਿਹੜਾ, ਕਿਉਂਕਿ ਕੰਡੀਸ਼ਨਸ ਤੋਂ ਬਿਨਾ ਕੋਈ ਵੀ ਸੰਭਵ ਨਹੀਂ ਹੈ। ਹੁਣ ਜਿਵੇਂ ਇੱਥੇ ਸਾਡੇ ਕੋਲ ਹਾਲੇ ਟੈਂਪਰੇਚਰ ਮੇਨਟੇਨ ਨਹੀਂ ਹੋ ਰਿਹਾ, ਕਿਉਂਕਿ ਜਦ ਤੱਕ ਇਹਦਾ ਇਗਨੀਸ਼ਨ ਟੈਂਪਰੇਚਰ ਨਹੀਂ ਆਏਗਾ ਉਦੋਂ ਤੱਕ ਇਹ, ਮੈਂ ਕਹੂੰਗਾ ਕਿ ਇਹਦੇ ਸਾਈਡ ਦੇ ਉੱਤੇ ਜੇ ਹੱਥ ਕੀਤਾ ਜਾਵੇ ਨਾ, ਹਾਂ, ਹਾਂ ਹੁਣ ਤਕਰੀਬਨ ਨੇੜੇ ਹੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਗਨੀਸ਼ੀਅਮ ਰਿਬਨ ਕਿਸ ਤਰ੍ਹਾਂ ਜਲ ਰਿਹਾ, ਦੇਖਿਆ ਤੁਸੀਂ? ਤੇ ਜਿਹੜਾ ਮੈਗਨੀਸ਼ੀਅਮ ਰਿਬਨ ਹੈ, ਹੁਣ ਇਹ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਸ ਦੇ ਵਿੱਚੋਂ ਇਹ ਜਿਹੜਾ ਵਾਈਟ ਪਦਾਰਥ ਹੈ, ਇਹ ਤੁਸੀਂ ਦੇਖ ਰਹੇ ਹੋ, ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਦਿਖਾਣਗੇ ਕਿ ਇਹ ਜਿਹੜਾ ਵਾਈਟ ਪਦਾਰਥ ਡਿੱਗਿਆ ਸਾਡੇ ਕੋਲ, ਇਸ ਨੂੰ ਅਸੀਂ ਜੇਕਰ ਵਾਈਟ ਪਾਊਡਰ ਬਣ ਗਿਆ, ਦਿਸ ਇਜ਼ ਮੈਗਨੀਸ਼ੀਅਮ ਆਕਸਾਈਡ। ਹੁਣ ਅਸੀਂ ਇਸ ਨੂੰ ਜੇ ਪਾਣੀ ਦੇ ਵਿੱਚ ਡਿਜ਼ੋਲਵ ਕਰ ਲਈਏ ਤਾਂ ਉਹ ਸਾਡੇ ਕੋਲ ਮੈਗਨੀਸ਼ੀਅਮ ਹਾਈਡਰੋਕਸਾਈਡ ਦੇ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਆਕਸਾਈਡ ਨੇ ਜਿਹੜੇ ਉਹ ਪਾਣੀ ਦੇ ਨਾਲ ਕਿਰਿਆ ਕਰਕੇ ਹਾਈਡਰੋਕਸਾਈਡ ਕਿਵੇਂ ਬਣਾਉਂਦੇ। ਤਾਂ ਇੱਕ ਛੋਟੀ ਜਿਹੀ ਕਿਰਿਆ ਦੇ ਨਾਲ ਬੱਚਾ ਜਿਹੜਾ ਹੈ ਇਹ ਸਮਝਣ ਦੇ ਵਿੱਚ ਕਾਮਯਾਬ ਹੋ ਜਾਂਦਾ, ਜਿਹੜੀ ਉਹਨੂੰ ਕੈਮੀਕਲ ਰਿਐਕਸ਼ਨਸ ਪੜ੍ਹਾਈਆਂ ਜਾਂਦੀਆਂ ਕਿ ਆਕਸੀਜਨ ਹਵਾ ਦੇ ਵਿੱਚੋਂ ਲਈ ਇਸਨੇ, ਹੈ ਨਾ, ਇਹਦਾ ਇਗਨੀਸ਼ਨ ਟੈਂਪਰੇਚਰ ਆਇਆ ਤੇ ਉਹ ਮੈਗਨੀਸ਼ੀਅਮ ਆਕਸਾਈਡ ਬਣਿਆ, ਫਿਰ ਮੈਗਨੀਸ਼ੀਅਮ ਆਕਸਾਈਡ ਤੋਂ ਮੈਗਨੀਸ਼ੀਅਮ ਹਾਈਡਰੋਕਸਾਈਡ ਕਿਵੇਂ ਬਣਿਆ, ਫਿਰ ਉਹ ਸਾਡੇ ਪੇਟ ਦੇ ਅੰਦਰ ਜਿਹੜੇ ਤੇਜ਼ਾਬ ਬਣ ਰਹੇ ਆ ਉਹਨਾਂ ਨੂੰ ਮਿਲਕ ਆਫ ਮੈਗਨੀਸ਼ੀਆ ਦੇ ਨਾਲ ਕਿਵੇਂ ਕੰਪਨਸੇਟ ਕੀਤਾ ਜਾਂਦਾ, ਉਹ ਤੇਜ਼ਾਬ ਨੂੰ ਫਿਰ ਅਲਕਲੀ ਜਿਹੜੀਆਂ ਮੈਟਲਸ ਹੈ ਉਹਨਾਂ ਦੇ ਘੋਲ ਪਿਆ ਕੇ ਮਿਕਸ ਕੀਤਾ ਜਾਂਦਾ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੇ ਵਿਗਿਆਨ ਹੈ ਸਾਡੇ ਬਹੁਤ ਕੰਮ ਆ ਰਹੀ ਹੈ ਚੀਜ਼। ਆਪਾਂ ਮੈਂ ਕਹਿ ਸਕਦੇ ਹਾਂ ਕਿ ਜਿੱਦਾਂ ਬੱਚੇ ਨੇ ਤੁਹਾਡੀ ਕਲਾਸ 'ਚ ਜਿਹੜੇ ਪੜ੍ਹਦੇ ਨੇ ਉਹ ਤੁਹਾਨੂੰ ਜਾਣਦੇ ਰਹਿੰਦੇ ਕਿ ਬਸ ਕਲਾਸ ਓਵਰ ਕਰ ਦਿਓ? ਨਹੀਂ, ਇਹ ਗੱਲ ਨਹੀਂ ਹੁੰਦੀ। ਹਰ ਇੱਕ ਵਿਦਿਆਰਥੀ ਦੇ ਮਨ ਦੇ ਵਿੱਚ ਇਹ ਭਾਵਨਾ ਹੁੰਦੀ ਹੈ, ਉਤਸੁਕਤਾ ਹੁੰਦੀ ਹੈ ਕਿ ਮੈਂ ਅੱਜ ਕੁਝ ਨਵਾਂ ਕਰਕੇ ਜਾਣਾ, ਹੈ ਨਾ, ਵੀ ਮੈਂ ਆਇਆ ਤਾਂ ਅੱਜ ਕੁਝ ਨਵਾਂ ਮਿਲੇ। ਹੁਣ ਜਿਵੇਂ ਬੱਚੇ ਨੂੰ ਹੁੰਦਾ ਵੀ ਇਹ ਖਿਡੌਣੇ ਤੇ ਪੁਰਾਣੇ ਹੋ ਗਏ, ਹੁਣ ਮੈਨੂੰ ਨਵੇਂ ਲਿਆ ਕੇ ਦਿਓ। ਤਾਂ ਇਸ ਕਰਕੇ ਸਾਨੂੰ ਕੁਛ ਨਾ ਕੁਛ ਅਧਿਆਪਕ ਦਾ ਫਰਜ਼ ਬਣਦਾ ਕਿ ਉਹ ਇੰਨਾ ਕੁ ਰਿਸੋਰਸਫੁਲ ਹੋਵੇ, ਹਰ ਰੋਜ਼ ਨਵੀਆਂ ਚੀਜ਼ਾਂ ਲਿਆਵੇ, ਕੱਢ ਕੇ ਬੱਚੇ ਨੂੰ ਦਿਖਾਵੇ। ਠੀਕ ਹੈ, ਪੜ੍ਹਾਉਣ ਦਾ ਤਰੀਕਾ ਹੀ ਇੱਕ ਬਹੁਤ ਵਧੀਆ ਸਰ ਦਾ। ਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਥਸ ਦੀਆਂ ਟ੍ਰਿਕਸ ਦੇਖਦੇ ਹਾਂ ਕਿ ਸਰ ਮੈਥਸ ਦੇ ਵਿੱਚ ਕਿਹੜੀਆਂ ਟ੍ਰਿਕਸ ਦੱਸਣਗੇ ਅੱਜ। ਬੋਰਡ ਕਲੀਨ ਹੋ ਚੁੱਕਾ, ਦੇਖੋ ਕੀ ਪੜ੍ਹਾਉਂਗੇ ਸਰ ਅੱਜ? ਤੁਸੀਂ ਦੱਸੋ ਕੀ ਪੜ੍ਹਨਾ ਚਾਹੁੰਦੇ ਹੋ? ਮੈਂ ਤਾਂ ਪੜ੍ਹਾਉਣ ਲਈ ਤਿਆਰ ਹੀ ਰਹਿੰਦਾ ਹਮੇਸ਼ਾ। ਤੇ ਦੇਖੋ, ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ 300 ਤੇ 21 ਨੂੰ ਅਸੀਂ ਗੁਣਾ ਕਰਨੀ ਚਾਹੁੰਦੇ ਹਾਂ 456 ਦੇ ਨਾਲ ਜਾਂ 4561 ਨਾਲ ਕਰਨਾ ਚਾਹੁੰਦੇ ਹਾਂ, ਤਾਂ ਬੱਚਾ ਸਮਝਦਾ ਹੈ ਕਿ ਇਹ ਗੁਣਾ ਇਹ ਕਿਵੇਂ ਹੋਊਗੀ ਜੀ। 4561 ਨੂੰ ਇੱਥੇ ਰੱਖਿਆ, 321 ਨੂੰ ਇੱਥੇ ਰੱਖਿਆ, ਹੈ ਨਾ, ਫਿਰ ਉਹ ਕਰਦਾ 1 6 5 4, ਫਿਰ ਗੁਣਾ ਕਰਦਾ 2 6 12 2 5 10, ਇਸ ਤਰ੍ਹਾਂ ਮਤਲਬ ਕਰਦੇ ਕਰਦੇ ਉਹ ਟੋਟਲ ਕਰਕੇ ਤੇ ਇਹਦਾ ਆਨਸਰ ਕੱਢ ਲੈਂਦਾ। ਬਿਲਕੁਲ ਬਿਲਕੁਲ ਇਦਾਂ ਹੀ। ਪਰ ਬੱਚਾ ਕਹਿੰਦਾ ਜੀ ਇਹ ਤਾਂ ਬੜਾ ਲੰਬਾ ਪ੍ਰੋਸੈਸ ਹੈ, ਕੋਈ ਹੋਰ ਛੋਟਾ ਨਹੀਂ ਹੋ ਸਕਦਾ, ਕਿਉਂਕਿ ਅੱਜ ਹਰ ਇੱਕ ਨੂੰ ਸ਼ਾਰਟਕਟਸ ਬੜੇ ਪਸੰਦ ਹੈ। ਜਿਵੇਂ ਸਾਡਾ ਕੰਪਿਊਟਰ ਆਇਆ ਨਾ ਜਦ ਦਾ, ਕਿ ਅਸੀਂ ਕਹਿੰਦੇ ਆ ਵੀ ਕੰਟਰੋਲ ਸੀ, ਬਿਲਕੁਲ ਕੰਟਰੋਲ ਐਕਸ, ਵੀ ਕੱਟ ਕਾਪੀ ਪੇਸਟ, ਇਸ ਤਰ੍ਹਾਂ ਕਿਵੇਂ, ਉਸ ਤਰ੍ਹਾਂ ਦੇ ਚਾਹੁੰਦਾ ਹਰ ਇੱਕ ਜਗ੍ਹਾ ਤੇ ਨਵੀਆਂ ਚੀਜ਼ਾਂ ਹੋਣ। ਤਾਂ ਅਸੀਂ ਇਸ ਨੂੰ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ। ਇਹ 3 ਨੂੰ ਇਸ ਦੇ ਨਾਲ ਪਕੜਦੇ ਹਾਂ, 3 ਚੌਕੇ 12, 3 ਨੂੰ ਇਸ ਦੇ ਨਾਲ ਗੁਣਾ ਕਰਦੇ ਹਾਂ, 3 5 15, 3 ਨੂੰ 6 ਦੇ ਨਾਲ ਕਰਦੇ ਹਾਂ ਤੇ 3 6 18 ਬਣ ਜਾਂਦਾ। 3 ਨੂੰ 1 ਦੇ ਨਾਲ ਜਦੋਂ ਅਸੀਂ ਕਰਦੇ ਹਾਂ ਤਾਂ 3 ਏਕਮ 3 ਬਣ ਜਾਂਦਾ। ਹੁਣ 2 ਨੂੰ 4 ਨਾਲ ਕਰਦੇ ਹਾਂ, 2 ਚੌਕੇ 8, 2 ਨੂੰ 5 ਨਾਲ ਕਰਦੇ ਹਾਂ, 2 5 10, 2 ਨੂੰ ਫਿਰ ਅਸੀਂ 6 ਨਾਲ ਕਰਦੇ ਹਾਂ ਤਾਂ 12 ਬਣ ਜਾਂਦਾ, 2 ਨੂੰ 1 ਨਾਲ ਕਰਦੇ ਹਾਂ ਤਾਂ 2 ਬਣ ਜਾਂਦਾ। ਹੁਣ ਰਹਿ ਗਿਆ ਸਾਡੇ ਕੋਲ 1 ਨੂੰ 4 ਨਾਲ ਕੀਤਾ 4, 1 ਨੂੰ 5 ਨਾਲ ਕੀਤਾ 5, 1 ਨੂੰ 6 ਨਾਲ ਕੀਤਾ
6 ਇੱਕ ਨੂੰ ਇੱਕ ਨਾਲ ਕੀਤਾ 1। ਹੁਣ ਇਸ ਤੋਂ ਬਾਅਦ ਸਾਡਾ ਸਟੈਪ ਆ ਜਾਂਦਾ ਹੈ ਕਿ ਇਸ ਨੂੰ ਅਸੀਂ ਡਾਇਗਨਲ ਕਰਦੇ ਹਾਂ। ਇਸ ਨੂੰ ਕਹਿੰਦੇ ਆ ਡਾਇਗਨਲੀ ਮਲਟੀਪਲਾਈ ਕਰਨਾ। ਠੀਕ ਹੈ। ਹੁਣ ਸਾਡੇ ਕੋਲ ਆਨਸਰ ਤਿਆਰ ਹੈ, ਪਰ ਬੱਚਿਆਂ ਨੂੰ ਜਦੋਂ ਅਸੀਂ ਸਿਖਾਵਾਂਗੇ ਨਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਆਨਸਰ ਕਿਵੇਂ ਆਇਆ। ਤਾਂ ਆਨਸਰ ਲਿਖਣ ਦੇ ਲਈ ਵਿਦਿਆਰਥੀਆਂ ਨੂੰ ਇਹ ਗਾਈਡ ਕੀਤਾ ਜਾਂਦਾ, ਦੱਸਿਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ ਹੈ। ਸਭ ਤੋਂ ਪਹਿਲਾਂ ਇਹ ਦੇਖੋ ਇੱਥੇ ਕਿੰਨਾ ਆ ਗਿਆ ਸਾਡੇ ਕੋਲ 12 ਹੁਣ 15 ਤੇ 8 23 23 ਨੂੰ ਇੱਥੇ ਲਿਖਣਾ ਅਸੀਂ। ਹੁਣ 10 4 14 ਤੇ 18 32 ਤਾਂ 32 ਨੂੰ ਅਸੀਂ ਇੱਥੇ ਲਿਖਾਂਗੇ। 12 5 17 3 20 20 ਨੂੰ ਅਸੀਂ ਇੱਥੇ ਲਿਖਾਂਗੇ। ਹੁਣ 6 ਤੇ 2 8 8 ਨੂੰ ਹਮੇਸ਼ਾ 0 8 1 ਤੋਂ ਲੈ ਕੇ 9 ਤੱਕ ਹੈ ਜਿਹੜੇ ਉਹਨਾਂ ਦੇ ਅੱਗੇ 0 ਲਗਾਣੀ ਹੈ। 1 ਦਾ ਮਤਲਬ 0 1। ਹੁਣ ਇਸ ਨੂੰ ਅਸੀਂ ਐਡ ਕਰ ਦਾਂਗੇ 1 8 0 4 6 4 1। ਲੋ ਜੀ ਇਹ ਏਡੀ ਵੱਡੀ ਗੁਣਾ ਜਿਹੜੀ ਇਹ ਤੁਹਾਡੇ ਕੋਲ ਜਵਾਬ ਆ ਚੁੱਕਿਆ। 321 ਨੂੰ 4561 ਨਾਲ ਅਸੀਂ ਗੁਣਾ ਕਰਤੀ ਹੈ। ਤੋ ਮਤਲਬ ਇਸ ਦੇ ਵਿੱਚ ਕੀ ਹੈ ਕਿ ਨਵੇਕਲਾਪਣ ਕੀ ਹੈ। ਗੁਣਾ ਤਾਂ ਉਸ ਤਰ੍ਹਾਂ ਵੀ ਹੋ ਸਕਦੀ ਸੀ, ਪਰ ਇਸ ਦੇ ਵਿੱਚ ਬੱਚੇ ਨੂੰ ਇੱਕ ਕਿਉਰਿਓਸਿਟੀ ਜਾਗਦੀ ਹੈ ਵੀ ਮੈਂ ਇਹ ਨਵੇਂ ਮੈਥਡ ਨਾਲ ਸਿੱਖਿਆ ਔਰ ਮੋਰ ਓਵਰ ਸਰ ਮੈਂ ਇਸ ਨੂੰ ਕਿਸੇ ਵੀ ਉਸ ਢੰਗ ਨਾਲ ਕਰ ਸਕਦਾ ਬੇਟੇ ਤੂੰ ਕਰਨ ਦੀ ਕੋਸ਼ਿਸ਼ ਕਰ। ਤਾਂ ਉਹ ਕਰਕੇ ਲਿਆਊਗਾ, ਉਹਦੇ ਨਿਊਰੋਨਸ ਐਕਟੀਵੇਟ ਹੁੰਦੇ ਆ ਵੀ ਉਸ ਨੂੰ ਥਾਟਫੁਲ ਪ੍ਰੋਸੈਸ ਹੈ ਜਿਹੜਾ ਉਹਦਾ ਵੱਧਦਾ ਹੈ। ਤੋ ਇਸ ਦੇ ਵਿੱਚ ਮੈਂ ਤੁਹਾਨੂੰ ਇਹਨੂੰ ਚੈੱਕ ਕਰਾਉਣਾ ਚਾਹਾਂਗਾ ਜੀ। ਇਸ ਕੈਲਕੂਲੇਟਰ ਦੇ ਉੱਤੇ ਅਸੀਂ ਚੈੱਕ ਕਰਕੇ ਦੇਖ ਵੀ ਲਈਏ ਜਰਾ, ਕਿਉਂਕਿ ਹਰ ਇੱਕ ਚੀਜ਼ ਦੀ ਵੈਰੀਫਿਕੇਸ਼ਨ ਬੜੀ ਜ਼ਰੂਰੀ ਹੋਇਆ ਕਰਦੀ ਹੈ। ਵੈਰੀਫਿਕੇਸ਼ਨ ਤੋਂ ਬਿਨਾ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਬੱਚੇ ਨੂੰ ਨਹੀਂ ਚੰਗਾ ਲੱਗਦਾ ਹੈ। 321 ਗੁਣਾ 4561 ਤਾਂ ਹੁਣ ਤੁਸੀਂ ਦੇਖ ਸਕਦੇ ਹੋ 14 64 081। ਬਿਲਕੁਲ ਬਿਲਕੁਲ ਇਹ ਕੈਲਕੂਲੇਟਰ ਨੇ ਕੀਤਾ ਤੇ ਉਹ ਅਸੀਂ ਕੀਤਾ। ਤਾਂ ਵਿਦਿਆਰਥੀ ਨੂੰ ਕਿੰਨੀ ਖੁਸ਼ੀ ਹੋਈ ਹੋਊਗੀ। ਤੁਹਾਨੂੰ ਯਾਦ ਹੋਊਗਾ ਨਾ ਜਦੋਂ ਟੀਚਰ ਕਹਿੰਦਾ ਸਵਾਲ ਕੱਢੋ ਤੇ ਪਿੱਛੇ ਆਨਸਰ ਮਿਲਾਓ। ਆਨਸਰ ਮਿਲਾਓ ਤੇ ਹਾਂਜੀ ਜਿੱਦਾਂ ਮਲਟੀਪਲਾਈ ਬੜੀ ਵੱਡੀ ਹੈ ਤਾਂ ਮੈਂ ਕਹਾਂਗੀ ਜਿੱਦਾਂ ਹੁਣ ਪੇਪਰ ਦੇ ਵਿੱਚ ਟਾਈਮ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਨਾ ਤਾਂ ਇਦਾਂ ਕਰ ਲੇਗਾ ਅਗਰ ਬੱਚਾ ਤਾਂ ਬਹੁਤ ਈਜ਼ੀ ਰਹੇਗਾ ਇਹ ਚੀਜ਼। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤਾਂ ਬੱਚੇ ਨੂੰ ਇਸੇ ਲਈ ਸਿਖਾਉਣੀਆਂ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਦਿਮਾਗ ਦੇ ਵਿੱਚ ਇਹ ਆਵੇ ਕਿ ਇਹ ਕੋਈ ਫੋਬੀਆ ਨਹੀਂ ਹੈ, ਇਹ ਕੋਈ ਡਰ ਨਹੀਂ ਹੈ। ਮੈਂ ਕਰ ਸਕਦਾ, ਸਰ ਕਰ ਸਕਦੇ ਆ ਤਾਂ ਮੈਂ ਵੀ ਕਰ ਸਕਦਾ। ਜਦੋਂ ਉਹ ਕਰੇਗਾ ਤਾਂ ਉਸ ਨੂੰ ਇਸ ਗੱਲ ਦੇ ਵਿੱਚ ਮਤਲਬ ਵੀ ਪਤਾ ਲੱਗੇਗਾ ਕਿ ਇਹ ਤਾਂ ਬੜਾ ਆਸਾਨ ਸੀਗਾ। ਤੋ ਹੁਣ ਆਮ ਜੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਇੱਕ ਮੈਥਮੈਟੀਕਲੀ ਇਕੁਏਸ਼ਨ ਸ਼ੇਅਰ ਕਰਦਾ ਜਿਸ ਦੇ ਵਿੱਚ ਇਹ ਹੈ ਕਿ ਮੈਂ ਤੁਹਾਡੇ ਭੈਣ ਭਰਾ ਦੱਸ ਸਕਦਾ, ਪਰ ਤੁਸੀਂ ਅੱਜ ਪਹਿਲੀ ਵਾਰੀ ਮਿਲ ਰਹੇ ਹੋ ਮੈਨੂੰ। ਓਕੇ ਵੀ ਤੁਹਾਡੇ ਭੈਣ ਭਰਾ ਕਿੰਨੇ ਆ। ਤਾਂ ਆਓ ਹੁਣ ਤੁਹਾਨੂੰ ਤੁਹਾਡੇ ਭੈਣ ਭਰਾਵਾਂ ਦੀ ਗਿਣਤੀ ਬਾਰੇ ਦੱਸੀਏ। ਵੀ ਜੇ ਕੋਈ ਵੀ ਜਾ ਰਿਹਾ ਨਾ ਤੁਸੀਂ ਉਹਨੂੰ ਕਹੋਗੇ 1 ਮਿੰਟ ਭਾਈ ਸਾਹਿਬ ਪਹਿਲਾਂ ਤੁਸੀਂ ਮਿਲੇ ਤਾਂ ਨਹੀਂ ਮੈਨੂੰ ਕਦੇ। ਉਹ ਕਹਿੰਦੇ ਨਹੀਂ ਪਹਿਲੀ ਵਾਰੀ ਮਿਲ ਰਹੇ। ਅੱਛਾ ਮੈਂ ਤੇਰੇ ਭੈਣ ਭਰਾਵਾਂ ਦੀ ਗਿਣਤੀ ਦੱਸਾਂ। ਤਾਂ ਇੱਕ ਕੈਲਕੂਲੇਸ਼ਨ ਕਰ ਮੇਰੇ ਨਾਲ ਮੈਥਮੈਟੀਕਲ। ਤਾਂ ਉਹ ਕੈਲਕੂਲੇਸ਼ਨ ਕੀ ਹੈ ਕਿ ਮੈਂ ਤੁਹਾਡੇ ਨਾਲ ਇਹ ਹੁਣ ਕਰਕੇ ਦਿਖਾਊਂਗਾ ਦਰਸ਼ਕਾਂ ਨੂੰ ਔਰ ਤੁਸੀਂ ਵੀ ਇਹ ਬੜਾ ਆਸਾਨੀ ਨਾਲ ਬੜੀ ਸਿੰਪਲ ਜੀ ਕੈਲਕੂਲੇਸ਼ਨ ਹੈ ਕਰ ਸਕਦੇ ਹੋ। ਤਾਂ ਮੈਂ ਆਪਣੇ ਕੈਮਰਾਮੈਨ ਸਾਥੀ ਨੂੰ ਕਹੂੰਗਾ ਕਿ ਉਹ ਮੇਰੇ ਨਾਲ ਇਸ ਗੱਲ ਦੇ ਵਿੱਚ ਹੈਲਪ ਰੱਖਣਗੇ ਕਿ ਜਿਵੇਂ ਕਹੂੰਗਾ ਤੁਸੀਂ ਉਸ ਤਰ੍ਹਾਂ ਕਰਦੇ ਜਾਣਾ। ਦਰਸ਼ਕਾਂ ਨੂੰ ਬੇਨਤੀ ਹੈ ਕਿ ਉਸ ਤਰ੍ਹਾਂ ਨੋਟ ਕਰਦੇ ਜਾਇਓ। ਸੋ ਸਰ ਦੱਸਣਗੇ ਕਿ ਕੈਮਰਾਮੈਨ ਦੇ ਜਿਹੜੇ ਨੇ ਕਿੰਨੇ ਭੈਣ ਭਾਈ ਨੇ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਅਸੀਂ 2 ਅੰਕ ਇੱਥੇ ਲਿਖਿਆ। 2 ਅੰਕ ਨੂੰ ਮੈਂ ਬੱਚਿਆਂ ਨੂੰ ਦੱਸਣ ਦੇ ਲਈ ਇੰਟਰਸਟ ਕ੍ਰੀਏਟ ਕਰਨ ਲਈ ਕਹਿੰਦਾ ਇੱਕ ਮੰਮੀ ਦਾ ਇੱਕ ਪਾਪਾ ਦਾ। ਤਾਂ 2 ਜਣੇ ਹੋ ਗਏ ਉਹ ਹੈ ਨਾ, ਕਿਉਂਕਿ ਭੈਣ ਭਰਾਵਾਂ ਦੀ ਗਿਣਤੀ ਦੱਸਣੀ ਹੈ। ਹੁਣ ਇਸ ਦੇ ਵਿੱਚ ਅਸੀਂ ਭਰਾਵਾਂ ਦੀ ਗਿਣਤੀ ਨੂੰ ਐਡ ਕਰਨਾ ਹੈ, ਨੰਬਰ ਆਫ ਬ੍ਰਦਰਸ। ਤਾਂ ਤੁਹਾਡੇ ਜਿੰਨੇ ਭਰਾ ਹੈ ਨਾ ਜੀ ਉਹਨਾਂ ਨੂੰ ਜੋੜ ਲਓ। ਠੀਕ ਹੈ ਜੀ। ਹੁਣ ਜਿੰਨਾ ਆ ਗਿਆ ਤੁਹਾਡੇ ਕੋਲ ਉਸ ਨੂੰ 2 ਨਾਲ ਗੁਣਾ ਕਰ ਲਓ। ਕਰ ਲਿਆ ਜੀ। ਹੁਣ ਜਿੰਨਾ ਆ ਗਿਆ ਉਸ ਦੇ ਵਿੱਚ 1 ਜੋੜ ਦਿਓ। ਹੁਣ ਜਿੰਨਾ ਆ ਗਿਆ ਉਸ ਨੂੰ ਤੁਸੀਂ 5 ਦੇ ਨਾਲ ਗੁਣਾ ਕਰ ਦਿਓ ਜੀ। ਹੁਣ ਜਿੰਨਾ ਆ ਗਿਆ 5 ਨਾਲ ਗੁਣਾ ਕਰਨ ਤੋਂ ਬਾਅਦ ਉਹਦੇ ਵਿੱਚ ਜਿੰਨੀਆਂ ਤੁਹਾਡੀਆਂ ਸਿਸਟਰਸ ਹੈਗੀਆਂ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਐਡ ਕਰ ਲਓ। ਮੇਰੇ ਖਿਆਲ ਤੇ ਕਰ ਲਈ ਹੋਏਗੀ ਤੁਸੀਂ। ਸੋ ਕੈਮਰਾਮੈਨ ਨਾਲ ਕਰ ਰਹੇ ਨੇ। ਹਾਂ ਕਰ ਰਹੇ ਆ ਪਰ ਉਹਨਾਂ ਦੀ ਆਵਾਜ਼ ਨਹੀਂ ਮੈਨੂੰ ਸੁਣ ਰਹੀ। ਹਾਂ ਹੁਣ ਸੁਣੀ ਹੈ ਬਿਲਕੁਲ ਠੀਕ ਹੈ। ਤਾਂ ਇਹ ਜਿਹੜਾ ਹੈਗਾ ਤੁਸੀਂ ਇਸ 'ਚ ਨੰਬਰ ਆਫ ਸਿਸਟਰਸ ਐਡ ਕਰਕੇ ਜਿੰਨਾ ਆ ਗਿਆ ਨਾ ਜੀ ਤੁਹਾਡੇ ਕੋਲ ਉਸ ਦੇ ਵਿੱਚੋਂ 25 ਘਟਾ ਦਿਓ। ਠੀਕ ਹੈ -25 ਕਰ ਦਿਓ ਜੀ। ਤਾਂ ਹੁਣ ਜਿਹੜੇ ਡਿਜਿਟ 2 ਆਏ ਆ ਭਾਵੇਂ ਮੈਨੂੰ ਨਾ ਵੀ ਦੱਸੋ ਤੁਸੀਂ, ਪਰ ਤੁਸੀਂ ਚੈੱਕ ਕਰ ਲਓ ਵੀ ਜਿਹੜਾ ਪਹਿਲਾ ਡਿਜਿਟ ਹੈ ਉਹ ਤੁਹਾਡੇ ਭਰਾਵਾਂ ਦੀ ਗਿਣਤੀ ਹੈ ਤੇ ਦੂਜਾ ਡਿਜਿਟ ਤੁਹਾਡੇ ਸਿਸਟਰਸ ਦੀ ਗਿਣਤੀ ਹੈ। ਤਾਂ ਹੁਣ ਤੁਸੀਂ ਦੱਸ ਦਿਓ ਵੀ ਕਿੰਨਾ ਆਇਆ ਸੀ ਘਟਾ ਕੇ 25। ਤਾਂ ਕੈਮਰਾਮੈਨ ਨੂੰ ਪੁੱਛਦੇ ਕਿੰਨਾ ਆਇਆ ਸੀਗਾ। 2 ਤੇ 1 ਤੇ 2 ਤੇ 1 ਦੱਸ ਰਹੇ ਨੇ। 2 ਤੇ 1 ਤਾਂ ਇਹਦਾ ਮਤਲਬ ਇਹ 2 ਭਰਾ ਹੈ ਤੇ 1 ਇਹਨਾਂ ਦੀ ਭੈਣ ਹੈ। ਕੀ ਬਾਤ ਹੈ ਕੈਮਰਾਮੈਨ ਜੀ, ਸਹੀ ਹੈ। ਬਿਲਕੁਲ ਕੀ ਬਾਤ ਹੈ ਜੀ, ਕੈਮਰਾਮੈਨ ਕਹਿ ਰਹੇ ਨੇ ਬਿਲਕੁਲ ਸਹੀ ਹੈ। ਤੇ ਸਰ ਇਹ ਚੀਜ਼ ਕਿੱਦਾਂ ਪੋਸੀਬਲ ਆ, ਆਪਾਂ ਨੂੰ ਇਹ ਚੀਜ਼ ਯਾਦ ਰੱਖਣੀ ਪਏਗੀ ਨਾ। ਪੋਸੀਬਿਲਿਟੀ ਸਿਰਫ ਤੇ ਸਿਰਫ ਇਹ ਮੈਥਮੈਟਿਕਸ ਹੈ। ਇੱਕ ਇਕੁਏਸ਼ਨ ਹੈ ਤੁਹਾਡੇ ਸਾਹਮਣੇ ਲਿਖਤੀ ਹੈ ਖੋਲ ਕੇ ਇਕੁਏਸ਼ਨ ਕਿ ਇਸ ਦੇ ਵਿੱਚ ਆਹ ਚੀਜ਼ ਨੂੰ ਜੋੜਿਆ ਗਿਆ, ਬ੍ਰਦਰ ਤੇ ਸਿਸਟਰਸ ਨੂੰ
ਇਹਦੀ ਗਿਣਤੀ ਨੂੰ ਜੋੜਿਆ ਗਿਆ ਔਰ ਉਸ ਦੇ ਵਿੱਚੋਂ ਜਿੰਨੇ ਅਸੀਂ ਕੀਤਾ ਸੀਗਾ ਉਹਨਾਂ ਸਬਟ੍ਰੈਕਟ ਕਰਕੇ ਉਹੀ ਤੁਹਾਡੇ ਕੋਲ ਵਾਪਸ ਲਿਆਤਾ ਗਿਆ। ਇਹੀ ਤਾਂ ਇਹਦੀ ਸੁੰਦਰਤਾ ਹੈ ਜਿਸ ਨੂੰ ਕਹਿੰਦੇ ਬਿਊਟੀ ਆਫ ਮੈਥਮੈਟਿਕਸ। ਤੋ ਇਸ ਤਰ੍ਹਾਂ ਦੇ ਨਾਲ ਤੁਸੀਂ ਸਾਰੇ ਜਾਣੇ ਹੁਣ ਅੱਜ ਤੋਂ ਬਾਅਦ ਭਰਾਵਾਂ ਤੇ ਭੈਣਾਂ ਦੀ ਗਿਣਤੀ ਦੱਸਣੀ ਸ਼ੁਰੂ ਕਰੋ ਤਾਂ ਤੁਸੀਂ ਦੇਖੋ ਕਿਵੇਂ ਦਿਲਚਸਪੀ ਬਣਦੀ ਹੈ ਮੈਥਮੈਟਿਕਸ ਕਿ ਨਹੀਂ ਬਣਦੀ। ਆਓ ਕਰੋ। ਸੀਰੀਅਸਲੀ ਮੈਂ ਵੀ ਬਹੁਤ ਐਕਸਾਈਟਿਡ ਹੋ ਰਹੀ ਕਿ ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ, ਪਰ ਦੇਖਦੇ ਹਾਂ। ਅਸੀਂ ਪਹਿਲਾਂ ਇੱਥੇ ਲਿਖਣਾ 2 ਅੰਕ ਲਿਖਣਾ 2 ਹਮੇਸ਼ਾ ਹੀ 2 ਲਿਖਣਾ। ਵੈਸੇ ਮੈਂ ਇਹਨੂੰ ਲਿੰਕ ਕਰਨ ਲਈ ਇਹ ਕਹਿ ਦਿੰਦਾ ਵੀ ਇੱਕ ਮੰਮੀ ਇੱਕ ਪਾਪਾ ਪੇਰੈਂਟਸ 2 ਆ ਗਿਆ ਠੀਕ ਹੈ। ਹੁਣ ਇਸ ਦੇ ਵਿੱਚ ਤੁਹਾਡੇ ਜਿੰਨੇ ਭਰਾ ਆ ਉਹਨਾਂ ਦੀ ਗਿਣਤੀ ਜੋੜ ਲਓ। ਹੁਣ ਤੁਸੀਂ ਦੱਸਣਾ ਨਹੀਂ ਹੈ ਮੈਨੂੰ, ਆਪਣੇ ਬ੍ਰਦਰਸ ਦੀ ਗਿਣਤੀ ਇਹਦੇ ਵਿੱਚ ਜੋੜ ਲੈਣੀ ਹੈ। ਨੰਬਰ ਆਫ ਬ੍ਰਦਰਸ ਐਡ ਕਰ ਲੈਣੇ। ਤੁਸੀਂ ਜਵਾਨੀ ਆਪਣੇ ਮਨ ਦੇ ਵਿੱਚ ਕਰਦੇ ਜਾਓ। ਹੁਣ ਜਿੰਨਾ ਆ ਗਿਆ ਹੈ ਉਸ ਨੂੰ 2 ਨਾਲ ਗੁਣਾ ਕਰ ਲੈਣਾ ਤੁਸੀਂ। ਠੀਕ ਹੈ। ਹੁਣ ਜਿੰਨਾ ਆ ਗਿਆ ਉਸ ਦੇ ਵਿੱਚ 1 ਜੋੜ ਲੈਣਾ। ਓਕੇ। ਹੁਣ ਜਿੰਨਾ ਆ ਗਿਆ ਹੋਇਆ ਉਸ ਨੂੰ 5 ਦੇ ਨਾਲ ਗੁਣਾ ਕਰ ਲਓ। ਦੇਖੋ ਨਾ, ਠੀਕ ਹੈ ਆ ਗਿਆ ਸਰ। ਗਿਣਤੀ ਨੂੰ ਜੋੜਿਆ, ਫਿਰ ਜਿੰਨਾ ਆ ਗਿਆ ਉਸ ਨੂੰ 2 ਨਾਲ ਗੁਣਾ ਕਰਤਾ, ਫਿਰ ਜਿੰਨਾ ਆ ਗਿਆ ਉਹਦੇ ਵਿੱਚ 1 ਐਡ ਕਰ ਲਿਆ, ਫਿਰ ਜਿੰਨਾ ਆ ਗਿਆ ਉਸ ਨੂੰ 5 ਨਾਲ ਗੁਣਾ ਕਰਤਾ। ਹੁਣ 5 ਨਾਲ ਗੁਣਾ ਕਰਨ ਤੋਂ ਬਾਅਦ ਜਿੰਨਾ ਤੁਹਾਡੇ ਕੋਲ ਆ ਗਿਆ ਹੋਇਆ ਹੈ ਉਸ ਦੇ ਵਿੱਚ ਨੰਬਰ ਆਫ ਸਿਸਟਰਸ ਐਡ ਕਰ ਦਿਓ। ਠੀਕ ਹੈ। ਸਿਸਟਰਸ ਹੋ ਆਪਣੇ ਆਪ ਨੂੰ ਜੋੜ ਲਿਓ ਸਿਸਟਰ। ਠੀਕ ਹੈ, ਮੈਨੂੰ ਆਪਣੇ ਆਪ ਨੂੰ ਜੋੜਨਾ ਹੈ। ਠੀਕ ਹੈ। ਤਾਂ ਨੰਬਰ ਆਫ ਸਿਸਟਰਸ ਐਡ ਕਰ ਲਿਆ। ਹੁਣ ਜਿੰਨਾ ਤੁਹਾਡੇ ਕੋਲ ਆ ਗਿਆ ਹੋਇਆ ਇੱਥੇ 2 ਡਿਜਿਟਸ ਆ ਗਏ ਹੋਏ ਆ ਉਸ ਦੇ ਵਿੱਚੋਂ 25 ਸਬਟ੍ਰੈਕਟ ਕਰ ਦਿਓ। ਤਾਂ ਬਿਲਕੁਲ। ਜਦੋਂ ਤੁਸੀਂ ਸਬਟ੍ਰੈਕਟ ਕੀਤਾ ਤੁਹਾਡੇ ਕੋਲ 2 ਡਿਜਿਟ ਆ ਗਏ। ਬੋਲ ਦਿਓ ਕੀ ਹੈ 2 ਡਿਜਿਟ। ਦੋਨੋਂ ਡਿਜਿਟ ਬੋਲ ਦਿਓ। 25 ਘਟਾਉਣ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਆਇਆ? 12 ਆਇਆ, 15 ਆਇਆ, 13 ਆਇਆ। ਮੇਰੇ ਕੋਲ 0 ਆਇਆ। 0 2 ਕਿੰਨਾ ਆਇਆ? ਨਹੀਂ ਮੇਰੇ ਕੋਲ ਆਨਸਰ ਹੀ ਜਿਹੜਾ ਹੈ ਉਹ 0 ਆਇਆ। ਆਨਸਰ 0 ਆਇਆ ਤਾਂ ਇਹਦਾ ਮਤਲਬ ਤੁਸੀਂ ਮੈਥਮੈਟਿਕਲੀ ਉਸ ਨੂੰ ਗਲਤ ਕੀਤਾ। ਰੁਕੋ ਆਪਾਂ ਦੁਬਾਰਾ ਕਰਦੇ ਹਾਂ, ਥੋੜੀ 2 ਕਨਫਿਊਜ਼ਨ। ਦੇ ਵਿੱਚ ਭਰਾਵਾਂ ਦੀ ਗਿਣਤੀ ਨੂੰ ਐਡ ਕਰੋ। ਹਾਂਜੀ ਕਰ ਲਈ। ਜਿੰਨਾ ਆ ਗਿਆ ਉਹਨੂੰ 2 ਨਾਲ ਗੁਣਾ ਕਰੋ, ਉਹਦੇ ਵਿੱਚ 1 ਜੋੜੋ, ਉਹਨੂੰ 5 ਨਾਲ ਗੁਣਾ ਕਰੋ, ਉਹਦੇ ਵਿੱਚ ਜਿੰਨੀਆਂ ਤੁਸੀਂ ਸਿਸਟਰਸ ਹੋ ਐਡ ਕਰੋ। ਹਾਂਜੀ ਹੋ ਗਿਆ। ਹੁਣ ਤੁਹਾਡੇ ਕੋਲ 2 ਡਿਜਿਟ ਆ ਗਏ। ਐਡ ਕਰਨਾ ਹੈ ਨਾ? ਹਾਂ ਐਡ ਕਰਨਾ। ਓਕੇ ਸਿਸਟਰਸ ਐਡ ਕਰਨਾ। ਹੁਣ ਜਿਹੜੇ ਉਹ 2 ਡਿਜਿਟਸ ਆ ਗਏ ਉਹਦੇ ਵਿੱਚੋਂ 25 ਸਬਟ੍ਰੈਕਟ ਕਰੋ। ਹਾਂਜੀ 0 ਨਹੀਂ ਹੁਣ ਮੇਰੇ ਨਾਲ ਚੱਲੋ ਤੁਸੀਂ। ਚਲੋ ਦੁਬਾਰਾ। ਕਿੰਨੇ ਬ੍ਰਦਰ ਨੂੰ? ਕੋਈ ਵੀ ਨਹੀਂ। ਕੋਈ ਵੀ ਬ੍ਰਦਰ ਨਹੀਂ। 2 + 0 2 2 × 2 4 4 + 1 5 5 × 5 25 ਸਿਸਟਰਸ ਕਿੰਨੀਆਂ? ਕੋਈ ਵੀ ਨਹੀਂ। ਤੁਸੀਂ ਇੱਕ ਹੈਗੇ ਹੋ। ਮੈਂ ਤੁਹਾਨੂੰ ਕਿਹਾ ਸੀ ਆਪਣੇ ਆਪ ਨੂੰ ਜੋੜਨਾ। ਓਕੇ 25 ਤੇ 1 26। ਹੁਣ 26 ਦੇ ਵਿੱਚੋਂ ਜਦੋਂ ਤੁਸੀਂ 25 ਘਟਾਓਗੇ ਤਾਂ ਤੁਹਾਡੇ ਕੋਲ ਕਿੰਨਾ ਆਏਗਾ? 0 1। ਤਾਂ 0 ਤੁਹਾਡੇ ਬ੍ਰਦਰ ਦੱਸ ਰਿਹਾ, ਇਹ ਸਿਸਟਰਸ ਦੱਸ ਰਿਹਾ। ਤਾਂ ਕੋਈ ਵੀ ਭਰਾ ਨਹੀਂ ਹੈ ਤੁਹਾਡਾ, ਤੁਸੀਂ ਇਕੱਲੇ ਸਿਸਟਰ ਹੋ। ਬਿਲਕੁਲ ਸਹੀ ਹੈ। ਮੈਥਮੈਟਿਕਸ ਹੈ, ਇਹ ਗਲਤ ਨਹੀਂ ਹੋ ਸਕਦਾ। ਤੁਸੀਂ ਗਲਤ ਹੋ ਸਕਦੇ ਹੋ। ਬਿਲਕੁਲ ਮੈਂ ਆਪਣੇ ਆਪ ਨੂੰ ਗਿਣਨਾ ਭੁੱਲ ਗਈ ਸੀਗੀ, ਪਰ ਬਿਲਕੁਲ ਸਹੀ ਹੈ। ਹਾਂ ਇਸ ਤਰ੍ਹਾਂ ਨਹੀਂ ਭੁੱਲਣਾ ਹੈਗਾ ਆਪਣੇ ਆਪ ਨੂੰ। ਠੀਕ ਹੈ। ਤਾਂ ਮੈਥਮੈਟਿਕਸ ਯਾਦ ਵੀ ਕਰਵਾ ਦਿੰਦਾ ਵੀ ਤੁਸੀਂ ਆਪਣੇ ਆਪ ਨੂੰ ਭੁੱਲ ਗਏ ਹੋਏ ਹੋ। ਤਾਂ ਇਹਦਾ ਬੜਾ ਵੱਡਾ ਯੋਗਦਾਨ ਹੈ ਮੈਥਮੈਟਿਕਸ। ਬਿਲਕੁਲ ਬਟ ਸਰ ਇਹ ਕਿੱਦਾਂ ਪੋਸੀਬਲ ਹੈ? ਪੋਸੀਬਲ ਕੀ ਹੈ? ਬੜੀ ਸਿੰਪਲ ਇਹ ਚੀਜ਼ ਬਸ ਹੈ ਨਾ। ਅਸੀਂ ਇਹ ਇੱਕ ਸਿੰਪਲ ਜੀ ਇਕੁਏਸ਼ਨ ਬਣਾਈ ਹੈ ਕਿ ਮੈਂ ਇਸ ਦੇ ਵਿੱਚ ਜਿਹੜੇ ਨੰਬਰ ਤੁਹਾਡੇ ਤੋਂ ਐਡ ਕਰਾਏ ਆ ਉਨੇ ਹੀ ਸਬਟ੍ਰੈਕਟ ਕਰਵਾ ਲਿਓ ਬਾਅਦ ਦੇ ਵਿੱਚ। ਬਿਲਕੁਲ ਸਹੀ। ਮੈਂ ਰਸਤੇ 'ਚ ਤੁਹਾਨੂੰ ਕੁਝ ਨਹੀਂ ਪੁੱਛਿਆ ਵੀ ਕਿੰਨੇ ਭੈਣ ਹੈ ਕਿੰਨੇ ਭਰਾ ਹੈ, ਲੇਕਿਨ ਇੱਥੇ ਕਰਕੇ ਤੁਹਾਨੂੰ ਇਹ ਪੁੱਛ ਲਿਆ ਵੀ ਲਾਸਟ ਡਿਜਿਟ ਉਹ ਵੀ ਤੁਸੀਂ ਦੱਸੋ। ਪਹਿਲਾ ਡਿਜਿਟ ਬ੍ਰਦਰ ਦੱਸ ਰਿਹਾ, ਦੂਜਾ ਸਿਸਟਰਸ ਦੱਸ ਰਿਹਾ। ਠੀਕ ਹੈ ਬਹੁਤ ਵਧੀਆ ਕਲੈਪਿੰਗਸ। ਠੀਕ ਹੈ ਸਰ। ਹੋਰ ਫਿਰ ਆਪਾਂ ਅੱਜ ਲਈ ਇੰਨਾ ਹੀ ਰੱਖਦੇ ਹਾਂ। ਬਹੁਤ ਜ਼ਿਆਦਾ ਸਮਾਂ ਵੀ ਹੋ ਰਿਹਾ ਤੇ ਬਹੁਤ ਸ਼ੁਕਰੀਆ। ਤੁਸੀਂ ਬਹੁਤ ਮੈਂ ਕਹਿੰਦੀ ਕਿ ਇੰਟਰਸਟਿੰਗ ਵੇ ਨਾ, ਮੈਂ ਪਤਾ ਕੀ ਸੋਚ ਰਹੀ ਹਾਂ ਸੱਚੀ ਕਿ ਕਿਉਂ ਨਹੀਂ ਮਿਲੇ ਤੁਸੀਂ ਮੈਨੂੰ ਮੇਰੇ ਟਾਈਮ ਤੇ। ਨਹੀਂ ਇਸ ਤਰ੍ਹਾਂ ਹੀ ਹੁੰਦਾ ਹੈ ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਕਰਨ ਲੱਗਦੇ ਆ ਨਾ ਤਾਂ ਉਸ ਵਕਤ ਸਾਨੂੰ ਆਪਣੇ ਆਪ ਦੇ ਵਿੱਚ ਆਨੰਦ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਵੀ ਹਾਂ ਵੀ ਅਸੀਂ ਇਹ ਸਭ ਕੁਝ ਸਿੱਖ ਸਕਦੇ ਸੀ, ਕਰ ਸਕਦੇ ਸੀ, ਕਿ ਹੋਰ ਮੌਕੇ ਮਿਲਦੇ। ਲੇਕਿਨ ਮੈਂ ਕਹਿੰਦਾ ਵੀ ਹਾਲੇ ਵੀ ਕੋਈ ਦੇਰ ਨਹੀਂ ਹੋਈ ਹੈ। ਆਓ ਆਪਾਂ ਰਲ ਮਿਲ ਕੇ ਹੋਰ ਵੀ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਕਰੀਏ। ਠੀਕ ਹੈ ਸਰ। ਮੈਂ ਕਹਾਂਗੀ ਕਿ ਦਰਸ਼ਕਾਂ ਜਿਹੜੇ ਦੇਖ ਰਹੇ ਨੇ ਬਹੁਤ ਜ਼ਿਆਦਾ ਐਕਸਾਈਟਿਡ ਹੋ ਗਏ ਹੋਣੇ ਤੇ ਜ਼ਰੂਰ ਉਹਨਾਂ ਦੇ ਮਨ 'ਚ ਹੋਏਗੇ ਕੋਈ ਸਵਾਲ ਹੋਣਗੇ। ਤੁਸੀਂ ਆਪਣਾ ਨੰਬਰ ਜ਼ਰੂਰ ਬੋਲ ਦਿਓ। ਹਾਂ ਮੇਰਾ ਨੰਬਰ ਹੈ 98150 60464। ਤਾਂ ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ, ਕੋਈ ਵੀ ਕੁਐਰੀ ਹੋਵੇ ਤੁਹਾਡੀ। ਕਿ ਤੁਸੀਂ ਪਰ ਜ਼ਰੂਰ ਕਰਕੇ ਜ਼ਰੂਰ ਦੇਖਿਓ ਇੱਕ ਵਾਰੀ, ਬਹੁਤ ਮਜ਼ਾ ਆਏਗਾ ਤੁਹਾਨੂੰ ਵੀ। ਬਿਲਕੁਲ ਸਰ, ਮੈਨੂੰ ਖੁਦ ਨੂੰ ਬਹੁਤ ਅੱਛਾ ਲੱਗਿਆ। ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਤਾਂ ਦਰਸ਼ਕੋ ਤੁਸੀਂ ਦੇਖਿਆ ਕਿ ਕਿੰਨੀਆਂ ਕਹਿ ਸਕਦੇ ਇੰਟਰਸਟਿੰਗ ਚੀਜ਼ਾਂ ਜੋ ਆਪਾਂ ਕਲਾਸਰੂਮ ਦੇ ਵਿੱਚ ਬੋਰ ਜਿਹਨੂੰ ਕਹਿੰਦੇ ਨਾ ਕਿ ਅਸੀਂ ਬੋਰ ਹੋ ਰਹੇ ਹਾਂ, ਨਹੀਂ ਪੜ੍ਹਨਾ, ਅੱਜ ਛੁੱਟੀ ਕਰ ਲੈਂਦੇ ਹਾਂ, ਪਰ ਇੱਦਾਂ ਦੇ ਅਗਰ ਟੀਚਰ ਹੋਣ ਤੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣ ਤਾਂ ਕੌਣ ਨਹੀਂ ਜਾਏਗਾ ਸਕੂਲ। ਤੇ ਜ਼ਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਸਾਰੇ ਤੁਹਾਡੇ ਵਰਗੇ ਜਿਹੜੇ ਬੱਚੇ ਹੋਣਗੇ, ਜਿਹੜੇ ਪੈਰੈਂਟਸ ਦੇਖ ਰਹੇ ਨੇ, ਉਹਨਾਂ ਦੇ ਵੀ ਜਿਹੜੇ ਬੱਚੇ ਹੋਣਗੇ, ਤਾਂ ਮੈਂ ਕਹਾਂਗੀ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਵੀਆਂ ਟ੍ਰਿਕਸ ਦੱਸੋ। ਇਸੇ ਨਾਲ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।